चो सजन मंडिया दे सिख तार लैन महंजे तरस दे लैन महंजे तरस दे कद पसी हरसों देवै जोर कोई जान देवै जोर हरसों देवै जोर कोई जान हरसों देवै जोर कोई जान हरसों देवै चरण गहो बको शुभ रसना दीजै प्राण कोर मन तन निर्मल करत क्यारो हर सिंचै सुधा संजोर प्यार रस में मगन होत कृपा ते महा विख्याते तो रायो शरण दीन दुख भंजन चितवो तुमरी ओर भै पद दान सिमरन स्वामी को प्रभ नानक बंधन छोड़ कबीर चरण कमल की मौज को कहो कैसे अनुमान कहते को शोभा नहीं देखा ही परवान नरक स्वर्ग से मैं रहो सतगुर के प्रसाद चरण कमल की मौज में
ਰਹੋ ਅੰਤਿਆਰਿਆਦ ਰੱਖੀ ਚਰਨਾਂ ਦੇ ਨਾਲ ਸਾਧ ਸੰਗਤ ਸਾਰੇ ਪ੍ਰੇਮੀ ਕੰਮਾਂ ਕਾਰਾਂ ਨੂੰ ਪਿੱਛੇ ਛੱਡ ਕੇ ਸਤਿਗੁਰੂ ਦੀ ਹਜ਼ੂਰੀ 'ਚ ਪਹੁੰਚੇ ਆ। ਪਹਿਲਾਂ ਨਹੀਂ ਸੁੱਤ ਦੇਖਦਾ ਹੁੰਦਾ ਸੀ ਠੋਰ ਕੇ ਹੈ। ਆਪਣੇ ਗੁਰੂ ਦੀ ਹਜ਼ੂਰੀ 'ਚ ਪਹੁੰਚੇ ਆ। ਆਪਣੇ ਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਗ੍ਹਾ ਨਾਲ ਆਪਣਾ ਕੋਈ ਸੰਬੰਧ ਨਹੀਂ, ਨਾ ਆਪਾਂ ਬੈਠਣ ਆਏ ਹਾਂ ਇੱਥੇ।
ਆਪਣਾ ਸੰਬੰਧ ਤਾਂ ਗੁਰੂ ਨਾਲ ਹੈ। ਆਪਾਂ ਦਾ ਗੁਰੂ ਕੋਲੋਂ ਕੋਈ ਆਪਣੀ ਜਿਹੜੀ ਜਨਮਾਂ ਜਨਮਾਤਰਾਂ ਦੀ ਟਾਣੀ ਉਲਝੀ ਹੋਈ ਹੈ ਨਾ ਇਹ ਜੀਵ ਦੀ, ਉਹ ਸੁਲਝਾਉਣ ਵਾਸਤੇ ਆਏ ਆ ਕਿ ਆਪਾਂ ਲਪੱਗ ਜੈਸੇ ਕਿਸੇ ਦੇ ਨੇਤਰ ਨਾ ਹੋਣ ਨਾ ਉਹਨੂੰ ਪਦਾਰਥ ਨਹੀਂ ਜੀਂਦੇ ਹੁੰਦੇ। ਆਪਾਂ ਜੀਵ ਹੋਣ ਦੇ ਨਾਤੇ ਅਗਿਆਨੀ ਆ। ਆਪਾਂ ਨੂੰ ਇਹ ਨਹੀਂ ਪਤਾ ਵੀ ਕਾਹਦੇ ਵਾਸਤੇ ਆਏ ਆ। ਇਹ ਗੁਰੂ ਹੈ, ਸਰਵੱਗ ਤਰਕਾਲੀ ਹੈ। ਜਿਹੜਾ ਸਿੱਖ ਹੈ ਨਾ ਉਹਦੇ 'ਚ ਇੱਕ ਗੁਣ ਹੈ, ਗੁਰੂ 'ਚ ਦੋ ਗੁਣ ਨੇ। ਇੱਕ ਤਾਂ ਗੁਰੂ ਸਰਵੱਗ ਹੈ, ਇੱਕ ਤਰਕਾਲੀ ਹੈ। ਸਿੱਖ ਤਰਕਾਲੀ ਹੋ ਸਕਦਾ, ਸਰਵੱਗ ਨਹੀਂ ਹੋ ਸਕਦਾ। ਸਰਵੱਗ ਦਾ ਭਾਵ ਕੀ ਹੈ? ਸਾਰਿਆਂ ਦੇ ਵਿੱਚ ਰਮਿਆ ਹੋਵੇ। ਜਿਹੜਾ ਸਿੱਖ ਸਾਰਿਆਂ ਦੇ ਵਿੱਚ ਨਹੀਂ ਰਵੇਗਾ, ਤਰਕਾਲੀ ਹੋ ਜਾਵੇਗਾ। ਉਹ ਪਰਮੇਸ਼ਰ ਦੇ ਵਿੱਚ ਤਾਂ ਅਪੇਧ ਹੋ ਜਾਵੇਗਾ। ਆਓ ਗੁਰੂ ਸਾਹਿਬ ਜੀ ਆਪਾਂ ਨੂੰ ਚੇਤਾਵਨੀ ਕਰਾਉਂਦੇ ਨੇ, ਆਏ ਜੀ ਹੈ ਤਾਂ ਤੂੰ ਮੇਰਾ ਪੁੱਤਰ ਹੀ, ਤੇਰੇ ਤੋਂ ਕੋਈ ਗਲਤੀ ਹੋ ਗਈ, ਗਲਤੀ ਹੋ ਜਾਂਦੀ ਹੈ ਜੀਵ ਕੋਲੋਂ। ਗੁਰਮੁਖੋ ਜੇ ਬਖਸ਼ਾਉਣਾ ਚਾਹੇ ਤਾਂ ਗੁਰੂ ਬਖਸ਼ ਦਿੰਦਾ, ਨਹੀਂ ਗਲਤੀ ਦਾ ਮਾਰਿਆ ਭਟਕਦਾ ਫਿਰੀ ਜਾਂਦਾ। ਜੇ ਸਰੀਰ ਕਰਕੇ ਗਲਤੀ ਹੋ ਜਾਵੇ, ਗੁਰੂ ਕੋਲੋਂ ਸਰੀਰ ਕਰਕੇ ਹੀ ਮਾਫ ਵੀ ਕਰਾ ਸਕਦਾ, ਨਹੀਂ ਫਿਰ ਗਲਤੀ ਦਾ ਫਲ ਭੁਗਤਣਾ ਪੈਂਦਾ। ਔਰ ਇਸ ਤਰ੍ਹਾਂ ਗੁਰੂ ਸਾਹਿਬ ਜੀ ਆਪਾਂ ਨੂੰ ਉਪਦੇਸ਼ ਕਰਦੇ ਨੇ। ਉਪਦੇਸ਼ ਹੋਊਗਾ ਸਰੀਰ ਦੇ ਸੰਬੰਧ ਕਰਕੇ ਜੀਵ ਆਤਮਾ ਨੂੰ। ਜੇ ਜੀਵ ਤਾਂ ਹੋਰਾਂ ਜੂਨੀਆਂ ਦੇ ਵਿੱਚ ਵੀ ਹੈਗਾ। ਹੁਣ ਆਪਾਂ ਕਿਤੇ ਮਨੁੱਖਾਂ ਦੇ ਵਿੱਚ ਤਾਂ ਨਹੀਂ ਰਹਿਣਾ, ਜਾਂ ਅੱਗੇ ਆਪਾਂ ਮਨੁੱਖਾਂ ਦੇ ਵਿੱਚੋਂ ਤਾਂ ਨਹੀਂ ਆਏ ਹਾਂ। ਇਹ ਤਾਂ ਗੁਰੂ ਜਾਣਦਾ। ਹੁਣ ਵੀ ਆਪਾਂ ਇਹ ਸਰੀਰ 'ਚ ਨਹੀਂ ਰਹਿਣਾ ਹੈ। ਸਰੀਰ ਦੀ ਉਮਰ ਹੈ ਜਿਹਨੂੰ ਲਿਮਟ ਕਹਿੰਦੇ ਨੇ, ਪਰ ਇਹ ਜਿਹੜਾ ਜੀਵ ਹੈ ਇਹ ਬੇਉਮਰ ਹੈ ਜੀ, ਉਮਰ ਨਹੀਂ ਹੈ। ਨਾ ਪਰਮੇਸ਼ਰ ਦੀ ਉਮਰ ਹੈ, ਨਾ ਉਹਦਾ ਪੁੱਤਰ ਜਿਹੜਾ ਜੀਵ ਹੈ ਇਹਦੀ ਉਮਰ ਹੈ। ਇਹ ਗਲਤੀ ਦੇ ਵਾਇਸ ਭਟਕਦਾ ਫਿਰਦਾ ਹੈ। ਦੇਖ ਲਓ 84 ਲੱਖ ਜੂਨ ਬਣਾਈ ਹੈ ਪਰਮੇਸ਼ਰ ਨੇ, ਤੇ ਇੱਕ ਜੂਨੀ ਹੈ ਇਨਸਾਨ ਦੀ। ਇਸ ਨੇ ਫਿਰ ਬੇਨਤੀ ਕਰੀ, ਮਹਾਰਾਜ ਮੇਰੇ ਤੋਂ ਗਲਤੀ ਨਾ, ਮੈਂ ਲਹਿਦਾ ਹੋ ਗਿਆ ਤੁਹਾਡੇ ਨਾਲੋਂ, ਮੈਂ ਭਟਕਦਾ ਫਿਰਦਾ ਇਹ ਤਰਜੂਨੀਆਂ ਦੇ ਵਿੱਚ, ਦੁਖੀ ਹੁੰਦਾ ਜਿਵੇਂ ਹਲਟ ਦੀਆਂ ਟਿੰਡਾਂ, ਕਦੇ ਥੱਲੇ ਨੂੰ ਕਦੇ ਤਾਹਾਂ ਨੂੰ। ਕਿਰਪਾ ਕਰੋ, ਮੇਰਾ ਸਫ਼ਰ ਕਦ ਖਤਮ ਹੋਵੇਗਾ। ਜਿਹੜਾ ਕੋਈ ਇਨਸਾਨ ਸਫ਼ਰ ਦੇ ਵਿੱਚ ਹੈ ਨਾ, ਭਾਵੇਂ ਕਿਤਨਾ ਹੀ ਚੰਗਾ ਹੋਣਾ ਸਫ਼ਰ ਦਾ, ਪਰ ਉਹਦਾ ਫੁਰਨਾ ਜ਼ਰੂਰ ਹੋਵੇਗਾ ਵੀ ਮੈਂ ਸਫ਼ਰ ਦੇ ਵਿੱਚ ਹਾਂ। ਐਰੋਪਲੇਨ ਦੀ ਸਵਾਰੀ ਸਭ ਤੋਂ ਚੰਗੀ ਮੰਨੀ ਹੈ, ਪਰ ਫੁਰਨਾ ਉਹਦੇ 'ਚ ਵੀ ਰਹਿੰਦਾ ਬਈ ਕਿਤੇ ਡਿੱਗ ਹੀ ਨਾ ਪਵੇ, ਜਾਂ ਇੱਧਰ ਉੱਧਰ ਨਾ ਹੋ ਜਾਵੇ। ਔਰ ਇਸ ਤਰ੍ਹਾਂ ਦੇ ਨਾਲ ਫੁਰਨਾ ਕਦੇ ਖਤਮ ਨਹੀਂ ਹੋਵੇ। ਕੋਈ ਇਨਸਾਨ ਸਫ਼ਰ ਦੇ ਵਿੱਚੋਂ ਆਪਣੇ ਘਰ ਚਲੇਗਾ, ਜੇ ਅਮੀਰ ਹੈ ਤਾਂ ਫਿਰ ਉਹ ਚੰਗੇ ਮਕਾਨਾਂ ਦੇ ਵਿੱਚ ਜਾ ਕੇ ਬੈਠ ਜਾਂਦਾ। ਜਿਹੜਾ ਸਫ਼ਰ ਦਾ ਫੁਰਨਾ ਮੁੱਕ ਗਿਆ ਉਹਦਾ। ਗਰੀਬ ਹੈ, ਚਾਹੇ ਉਹ ਟੁੱਟੀ ਹੋਈ ਝੌਂਪੜੀ ਦੇ ਵਿੱਚ ਹੈ, ਜਦੋਂ ਆਪਣੇ ਘਰ ਚਲਿਆ ਜਾਵੇਗਾ ਉਹਦਾ ਫੁਰਨਾ ਮੁੱਕ ਜਾਵੇਗਾ ਸਫ਼ਰ ਦਾ। ਇਵੇਂ ਜਿਵੇਂ ਜਿਹੜਾ ਜੀਵ ਹੈ ਭਟਕਦਾ ਫਿਰਦਾ ਸਫ਼ਰ 'ਚ, ਜਦ ਗੁਰੂ ਵਾਲਾ ਬਣੇਗਾ, ਗੁਰੂ ਦੇ ਹੁਕਮਾਂ ਅਨੁਸਾਰ ਫਿਰ ਆਪਣੀ ਜ਼ਿੰਦਗੀ ਢਾਲੇਗਾ।
ਹੌਲੀ ਹੌਲੀ ਉੱਥੇ ਚਲਿਆ ਜਾਵੇਗਾ ਜਿੱਥੇ ਇਹਦਾ ਘਰ ਵਾ। ਘਰ ਇਹਦਾ ਕੌਣ ਹੈ? ਇਹਦੀ ਜਗ੍ਹਾ, ਇਹਦੀ ਜਿੱਥੇ ਇਸਨੇ ਜਿੱਥੋਂ ਵਿਛੜਿਆ ਉਹ ਘਰ ਆ ਨਿਰਾਕਾਰ ਵਾਹਿਗੁਰੂ। ਜਿਆਦੇ ਨਿਰਾਕਾਰ ਦੇ ਵਿੱਚ ਭੇਦ ਹੋ ਜਾਵੇਗਾ ਤਾਂ ਫਿਰ ਇਸ ਦਾ ਸਫ਼ਰ ਖਤਮ ਹੋ ਜਾਵੇਗਾ, ਇਹ ਸ਼ਾਂਤੀ ਸੇ ਬੈਠ ਜਾਵੇਗਾ। ਸਫ਼ਰ ਦੇ ਵਿੱਚ ਕੋਈ ਸੁਖੀ ਨਹੀਂ ਹੋਵੇਗਾ, ਹਮੇਸ਼ਾ ਫਿਕਰ ਬਣਿਆ ਰਹਿੰਦਾ। ਹੁਣ ਇਹ ਜਿਹੜਾ ਜੀਵ ਹੈ ਭੜਕਦਾ ਫਿਰਦਾ। ਗੁਰੂ ਸਾਹਿਬ ਨੇ ਲਿਖਿਆ ਨਾ, ਕਈ ਜਨਮ ਪਏ ਕੀਟ ਪਤੰਗਾ। ਹੁਣ ਆਪਾਂ ਤਾਂ ਨਹੀਂ ਮੰਨਦੇ ਵੀ ਕੀੜੇ ਪਤੰਗੇ ਸੀ ਆਪਾਂ ਪਿੱਛੇ, ਨਹੀਂ ਆਪਾਂ ਤਾਂ ਕਹਿੰਦੇ ਸਰਦਾਰ ਇਤਨੀ ਪ੍ਰਪਟੀ ਹੈ, ਇਤਨੇ ਸਾਡਾ ਸਭ ਕੁਛ ਹੈ, ਜਾਂ ਦੁਨਿਆਵੀ ਤਾਕਤ ਹੈ ਸਾਡੇ ਕੋਲ। ਇਹ ਸੁਪਨੇ ਦੀਆਂ ਗੱਲਾਂ ਨੇ। ਸੁਪਨੇ ਦੇ ਵਿੱਚ ਦੇਖੋ ਕੀ ਸੁਣਦਾ ਹੁੰਦਾ। ਜਦੋਂ ਜਾਗੇਗਾ ਨਾ ਫਿਰ ਇਹਨੂੰ ਸੋਝੀ ਆਵੇਗੀ ਉਹ ਜਾਗਰਤ ਦੇ ਵਿੱਚ ਵੀ ਉਹ ਤਾਂ ਸੁਪਨੇ ਦੀਆਂ ਤਾਂ ਐਵੇਂ ਹੀ ਗੱਲਾਂ ਸੀ, ਮੈਂ ਐਵੇਂ ਹੀ ਸੱਚ ਮੰਨ ਲਿਆ। ਔਰ ਇਸੇ ਤਰ੍ਹਾਂ ਇਹ ਜੀਵ ਹੈ ਜਿਹੜਾ ਇਹ ਜਾਗਰਤ ਵਿਦਿਆ ਦੇ ਵਿੱਚ ਭੜਕਦਾ ਫਿਰਦਾ। ਵਿਦਿਆ ਗਿਆਨ ਨੂੰ ਕਹਿੰਦੇ ਨੇ। ਅਗਿਆਨ ਕਹਿੰਦੇ ਜਿਹੜੀ ਗੱਲ ਬੁੱਝਣੀ ਸੀ ਉਹ ਬੁੱਝੀ ਨਹੀਂ ਹੈ। ਉਹ ਜਦ ਇਹ ਆਪਣੇ ਕੇਂਦਰ ਵਾਹਿਗੁਰੂ ਦੇ ਵਿੱਚ ਮਿਲ ਜਾਵੇਗਾ ਤਾਂ ਸਫ਼ਰ ਖਤਮ, ਵਰਨਾ ਨਹੀਂ ਹੋਣਾ। ਉਹ ਕਿਸ ਤਰ੍ਹਾਂ ਨਹੀਂ ਹੋਣਾ ਹੈ। ਇਹ ਆਪਣੇ ਆਪ ਨੂੰ ਭੁੱਲਿਆ ਹੋਇਆ। ਹੁਣ ਜਦ ਆਪਣੇ ਆਪ ਨੂੰ ਹੀ ਭੁੱਲ ਗਿਆ ਤੇ ਫਿਰ ਗੁਰੂ ਨੂੰ ਕਿਵੇਂ ਯਾਦ ਕਰੇਗਾ ਇਹ? ਪਹਿਲਾਂ ਤਾਂ ਆਪਾਂ ਨੂੰ ਇਉਂ ਨਹੀਂ ਪਤਾ ਵੀ ਆਪਾਂ ਕਿਹੜੀ ਚੀਜ਼ ਆ। ਤੁਸੀਂ ਕਿਸੇ ਅਮੀਰ ਦੇ ਪੁੱਤਰ ਨੂੰ ਪੁੱਛ ਕੇ ਦੇਖੋ ਜਾਂ ਰਾਜੇ ਰਾਣੇ ਨੂੰ ਪੁੱਛ ਕੇ ਦੇਖੋ, ਬਈ ਤੂੰ ਕੌਣ ਹੈ? ਉਹ ਕਹੇਗਾ ਮੈਂ ਫਲਾਣੇ ਅਮੀਰ ਦਾ ਪੁੱਤਰ ਆ, ਆਹ ਮੇਰਾ ਨਾਮ ਹੈ, ਇਤਨੀ ਸਾਡੀ ਜਾਇਦਾਦ ਆ। ਇਹ ਤਾਂ ਹੈ ਹੀ ਨਹੀਂ ਜਿਹੜੀ ਇਹਦੀ ਮਨੌਤ ਗਲਤ ਹੈ। ਤਾਂ ਗਲਤ ਆਦਮੀ ਹਮੇਸ਼ਾ ਧੋਖਾ ਖਾਵੇਗਾ। ਆਹ ਜਿਹੜਾ ਸਰੀਰ ਹੈ ਨਾ ਆਪਣਾ, ਇਹ ਧੋਖੇਬਾਜ਼ੀ ਹੈ। ਇਸ ਨੂੰ ਆਪਾਂ ਨੇ ਛੱਡ ਕੇ ਕਿਸੇ ਹੋਰ ਵਸਤੂ ਨਾਲ ਜੁੜਨਾ। ਦੇਖ ਲਓ ਕੋਈ ਐਸਾ ਫਰਦੇ ਵਸਰ ਨਹੀਂ ਜਿਹੜਾ ਆਪਣੇ ਆਪ ਨੂੰ ਜੀਵ ਆਤਮਾ ਮੰਨਦਾ ਹੋਵੇ। ਹਾਂ, ਜਿਹੜੇ ਅਭਿਆਸ ਕਰਦੇ ਨੇ ਮਹਾਂਪੁਰਸ਼ ਗੁਰਸਿੱਖ, ਉਹ ਤਾਂ ਹੀ ਅਭਿਆਸ ਕਰਦੇ ਨੇ ਵੀ ਅਸੀਂ ਸਰੀਰ ਨਹੀਂ ਹਾਂ। ਇਹ ਤਾਂ ਜੀਵ ਆਤਮਾ ਵਿਛੜਿਆ ਹੋਇਆ, ਸਰੀਰ 'ਚ ਆ ਗਿਆ ਹੈ। ਸਰੀਰ ਦੇ ਸੰਬੰਧ ਕਰਕੇ ਨਾ ਜਿੱਥੋਂ ਵਿਛੜਿਆ ਉੱਥੇ ਜਾਣ ਦੀ ਕੋਸ਼ਿਸ਼ ਕਰਨੀ ਹੈ। ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਜੀਵ ਹੈ ਨਾ, ਰੂਹ ਜਿਹਨੂੰ ਕਹਿੰਦੇ ਨੇ, ਸੋਲ ਵੀ ਕਹਿੰਦੇ ਨੇ ਇਹਨੂੰ, ਇਹ ਮਰਦੀ ਨਹੀਂ ਹੈ। ਜਿਹੜਾ ਸਰੀਰ ਹੈ ਪਹਿਲਾਂ ਹੀ ਮਰਿਆ ਹੋਇਆ। ਇਹ ਤਾਂ ਇਹਦਾ ਘਰ ਹੈ, ਇਹਦੇ ਵਿੱਚ ਰਹਿੰਦਾ। ਇਹਨੇ ਇਸ ਘਰ ਦੇ ਵਿੱਚ ਰਹਿ ਕੇ ਪਰਮੇਸ਼ਰ ਨੂੰ ਮਿਲਣਾ ਬਸ। ਜੇ ਨਹੀਂ ਮਿਲੇਗਾ ਘਰ ਨੇ ਢਹਿ ਜਾਣਾ, ਕਰਮਾਂ ਦੇ ਅਨੁਸਾਰ ਹੋਰ ਸਰੀਰ ਦੇ ਵਿੱਚ ਚਲਿਆ ਜਾਵੇਗਾ। ਪਰਮੇਸ਼ਰ ਨੇ 84 ਲੱਖ ਜੂਨ ਬਣਾਈ ਹੈ। ਇੱਕ ਦ੍ਰਿਸ਼ਟਾਂਤ ਦੁਆਰਾ ਅਨੁਭਵ ਹੋ ਜਾਵੇਗਾ। ਜੈਸੇ ਰਾਜੇ ਨੇ ਗੋਲ ਸਕਲ ਦਾ ਕਿਲਾ ਬਣਾਇਆ ਪਹਾੜੀ ਤੇ, 84 ਦਰਵਾਜ਼ੇ ਰੱਖੇ, ਇੱਕ ਖੁੱਲਾ 83 ਬੰਦ। ਦੇਵ ਨੇਤ ਨਾਲ ਫਿਰਦਾ ਫਿਰਦਾ ਨੇਤਰਹੀਨ ਪੁਰਸ਼ ਜਿਹਦੇ ਨੇਤਰ ਨਹੀਂ ਹਨ, ਅੱਖਾਂ ਨਹੀਂ,
ਸੋਟੀ ਦੇ ਆਸਰੇ ਫਿਰਦਾ ਫਿਰਦਾ ਉਸ ਕਿਲੇ ਦੀ ਕੰਧ ਨਾ ਜਾ ਲੱਗਿਆ। ਜਿੱਧਰ ਨੂੰ ਖੁੱਲ੍ਹਾ ਦਰਵਾਜ਼ਾ ਸੀ ਉਧਰ ਨੂੰ ਤੁਰ ਗਿਆ, ਹੱਥ ਲਾਉਂਦਾ ਲਾਉਂਦਾ। ਖੁੱਲ੍ਹੇ ਦਰਵਾਜ਼ੇ ਸੀ, ਅੰਦਰ ਵੜ ਗਿਆ ਕਿਲੇ। ਹੁਣ ਦਰਵਾਜ਼ੇ ਬੰਦ ਆਉਣੇ ਸ਼ੁਰੂ ਹੋ ਗਏ। ਬਹੁਤ ਵੱਡਾ ਕਿਲਾ। ਤਾਂ ਉਹ ਥੱਕ ਗਿਆ, ਬਹੁਤ ਉਦਾਸ ਹੋ ਗਿਆ ਤੇ ਉਸ ਨੇ ਆਵਾਜ਼ ਦਿੱਤੀ, ਕੋਈ ਦਿਆਵਾਨ ਪੁਰਸ਼ ਨਹੀਂ ਹੈ। ਮੈਂ ਕਿਲੇ ਦੇ ਵਿੱਚ ਕੈਦ ਹੋ ਗਿਆ, ਨਿਕਲਣ ਦਾ ਕੋਈ ਉਪਾਅ। ਬਾਹਰੋਂ ਆਵਾਜ਼ ਆਈ, ਆ ਇਨਸਾਨ, ਇੱਕ ਦਰਵਾਜ਼ਾ ਖੁੱਲ੍ਹਾ, ਇਹਦਾ ਨਿਕਲ ਜਾ ਬਾਹਰ। ਉਸ ਨੇ ਆਵਾਜ਼ ਦਿੱਤੀ, ਕਹਿੰਦਾ ਮੇਰੇ ਨੇਤਰ ਨਹੀਂ ਹਨ, ਮੈਂ ਦੇਖ ਨਹੀਂ ਸਕਦਾ ਦਰਵਾਜ਼ਾ ਕਿੱਥੇ ਹੈ। ਹੁਣ ਉਹ ਜੁਗਤੀ ਦੱਸਦਾ ਜਿਹੜਾ ਬਾਹਰ ਬੰਦਾ ਖੜਾ। ਕਹਿਣ ਲੱਗਾ, ਜੇ ਤੇਰੇ ਨੇਤਰ ਨਹੀਂ ਹਨ ਤੂੰ ਇਉਂ ਕਰ, ਫਿਰ ਕੰਧ ਨੂੰ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਦੇ। ਜਾਂ ਖੁੱਲ੍ਹਾ ਦਰਵਾਜ਼ਾ ਆਵੇਗਾ, ਟੋਹ ਕੇ ਬਾਹਰ ਨਿਕਲ ਜੀ, ਆਜ਼ਾਦ ਹੋ ਜਾਏਗਾ। ਜੇ ਕਿਸੇ ਨੂੰ ਵੀ ਇਸ਼ਟ ਨਹੀਂ ਹੈ। ਉਹਦੇ ਸਿਰ ਦੇ ਵਿੱਚ ਗੰਜ ਸੀ, ਖੈਰ ਉਹ ਹੱਥ ਲਾ ਕੇ ਫਿਰਨਾ ਸ਼ੁਰੂ ਕਰ ਦਿੱਤਾ। ਫਿਰਦਿਆਂ ਫਿਰਦਿਆਂ ਜਦ ਖੁੱਲ੍ਹੇ ਦਰਵਾਜ਼ੇ ਕੋਲ ਆਇਆ, ਕੰਧ ਵਾਲਾ ਹੱਥ ਵੀ ਛੱਡਤਾ, ਦੂਏ ਨਾਲ ਵੀ ਦੋਹਾਂ ਹੱਥਾਂ ਨਾਲ ਸਿਰ 'ਚ ਖੁਰਕ ਕਰਨ ਲੱਗ ਗਿਆ। ਨਾਲੇ ਕਦਮ ਪੱਟੀ ਗਿਆ, ਜੇ ਤਾਂ ਖੜ ਜਾਂਦਾ, ਖੜਿਆ ਹੈ ਨਹੀਂ। 2 ਕਦਮਾਂ ਦਰਵਾਜ਼ਾ ਹੁੰਦਾ, ਲੱਗ ਗਿਆ। ਫੇਰ ਕੰਧ ਨੂੰ ਹੱਥ ਲਾ ਲਿਆ, ਸਾਰੇ ਦਰਵਾਜ਼ੇ ਬੰਦ ਆਉਣੇ ਸ਼ੁਰੂ ਹੋ ਗਏ। ਫੇਰ ਕਰਲਾਉਣ ਲੱਗਿਆ। ਉਹ ਬਾਹਰੋਂ ਆਵਾਜ਼ ਆਈ, ਜਿਹੜੀ ਤੈਨੂੰ ਜੁਗਤੀ ਦੱਸੀ ਸੀ, ਕਹਿੰਦਾ ਉਹ ਕੀਤੀ ਆ, ਕੰਧ ਨੂੰ ਹੱਥ ਲਾ ਕੇ ਫਿਰਦਾ ਰਿਹਾ। ਉਹ ਬਾਹਰਲਾ ਆਦਮੀ ਕਹਿਣ ਲੱਗਾ, ਨਹੀਂ ਤਾਂ ਕੋਈ ਗਲਤੀ ਕਰੀ ਹੈ। ਜਿਹੜੀ ਮੈਂ ਤੈਨੂੰ ਜੁਗਤੀ ਦੱਸੀ ਸੀ, ਸਹੀ ਜਦੋਂ ਨਿਕਲ ਜਾਣਾ ਸੀ ਬਾਹਰ, ਤਾਂ ਗਲਤੀ ਕਰੀ ਹੋਣੀ ਹੈ ਕੋਈ। ਉਹਨੂੰ ਚੇਤੇ ਆ ਗਿਆ, ਕਹਿੰਦਾ ਹਾਂ ਮੇਰੇ ਸਿਰ ਦੇ ਵਿੱਚ ਗੰਜ ਹੋਇਆ, ਖਾਜ ਹੋਣ ਲੱਗੀ ਸੀ ਤੇ ਮੈਂ ਹੱਥ ਛੱਡ ਕੇ ਕੰਧ ਨਾਲੋਂ ਖੁਰਕ ਕਰਨ ਲੱਗ ਗਿਆ। ਦਰਵਾਜ਼ਾ ਕਹਿੰਦੇ ਲੱਗ ਗਿਆ ਉਹ ਫਿਰ ਉਸ ਟਾਈਮ 'ਤੇ। ਹੁਣ 84 ਬੰਦ ਆਉਣਗੇ, ਉਹੀ ਗੇੜਾ ਫੇਰ ਪੈ ਗਿਆ। ਤੇ ਆਹ ਇਸੇ ਤਰ੍ਹਾਂ ਪਰਮੇਸ਼ਰ ਨੇ 84 ਲੱਖ ਜੂਨ ਬਣਾਈ ਹੈ। ਇਹ ਜਿਹੜਾ ਇਨਸਾਨ ਹੈ, ਖੁੱਲ੍ਹਾ ਦਰਵਾਜ਼ਾ ਹੈ। ਇਹ ਖੁੱਲ੍ਹੇ ਦਰਵਾਜ਼ੇ ਸਹੀ ਇਸ 84 ਲੱਖ ਜੂਨ 'ਚੋਂ ਨਿਕਲ ਸਕਦਾ, ਆਜ਼ਾਦ ਹੋ ਸਕਦਾ, ਆਤਮਾ ਦੇ ਵਿੱਚੋਂ ਭੇਦ ਹੋ ਸਕਦਾ। ਆਹ ਇਸ ਤਰ੍ਹਾਂ ਦੇ ਨਾਲ ਇਹ ਨੇ ਜਦ ਇਸ ਦੇ ਸਿਰ ਦੇ ਵਿੱਚ ਜਾਣੀ ਪਦਾਰਥਾਂ ਰੂਪੀ ਖੁਰਕ ਹੋਣ ਲੱਗ ਗਈ, ਇਸ ਨੇ ਨਾਮ ਨੂੰ ਛੱਡ ਦਿੱਤਾ, ਪਦਾਰਥਾਂ ਨਾਲ ਮਨ ਜੋੜ ਲਿਆ। ਹੁਣ ਇਹ ਜਿਹੜੀ ਸਰੀਰ ਆ, ਇਸ ਦੀ ਉਮਰ ਹੈ, ਪਦਾਰਥਾਂ ਦੀ ਹੀ ਖਾਜ ਕਰੀ ਗਿਆ ਮਨ ਦੇ ਵਿੱਚ, ਪਦਾਰਥ ਹੀ ਕਮਾਉਂਦਾ ਰਿਹਾ। ਬਸ ਸਰੀਰ ਦੀ ਉਮਰ ਹੈ 100 ਸਾਲ ਦੀ। 100 ਸਾਲ ਤੋਂ ਬਾਅਦ ਇਸ ਨੇ ਗਿਰ ਜਾਣਾ। ਜਦ ਸਰੀਰ ਦੇ ਵਿੱਚੋਂ ਇਹ ਰੂਹ ਨਿਕਲੇਗੀ, ਕਰਮਾਂ ਦੇ ਅਨੁਸਾਰ ਫਿਰ ਹੋਰ ਜੂਨੀ ਦੇ ਵਿੱਚ ਚਲੀ ਜਾਵੇਗੀ। ਆਓ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਗੁਰੂ ਹੈ ਸਰਵੱਗ, ਇਹ ਗੁਰੂ ਜਾਣਦਾ। ਇਹਨੇ ਬੇਨਤੀ ਕਰੀ, ਮਹਾਰਾਜ ਜੀ ਮੈਂ ਕਿਵੇਂ ਨਿਕਲਾਂ ਇਸ ਸੰਸਾਰ 'ਚੋਂ। ਗੁਰੂ ਸਾਹਿਬ ਜੀ ਨੇ ਇਸ ਨੂੰ ਉਪਾਅ ਦੱਸਿਆ, ਪਰ ਇਸ ਨੇ ਉਪਾਅ ਛੱਡ ਕੇ ਪਦਾਰਥਾਂ ਨਾਲ ਜੁੜ ਗਿਆ। ਨਿਕਲਣਾ ਤਾਂ ਇਹਨੇ ਆਤਮਾ 'ਚ ਜਾਣਾ ਸੀ। ਜਦ ਇਹਨੇ ਆਪਣਾ ਪਦਾਰਥ ਨਾ ਛੱਡੇ, ਸਰੀਰ ਦਾ
ਅੰਤ ਆ ਗਿਆ। ਜੀਵਤੀ ਜਿਹੜਾ ਉਹ ਨਿਕਲ ਗਿਆ ਵਿੱਚ, ਹੋਰ ਜੂਨੀ 'ਚ ਚਲਿਆ ਗਿਆ। ਉਹੀ 84 ਦਾ ਗੇੜਾ ਫੇਰ ਪੈ ਗਿਆ ਇਸ ਆਓ ਮਨੁੱਖਾਂ ਦੇ ਮਿਲੀ ਹੈ। ਇਸ ਤੋਂ ਪਰਮੇਸ਼ਰ ਦੇ ਮਿਲਣ ਦਾ ਉਪਾਅ ਕਰਨ, ਸਾਧਨ ਕਰਨ। ਜੇ ਤੂੰ ਨਹੀਂ ਕਰੇਗਾ ਕਿ ਆ ਜਿਹੜੇ ਪਦਾਰਥ ਸਾਧਕ ਨੇ, ਪੁੱਤਰ ਧੀਆਂ, ਇਹ ਸਭ ਇੱਥੇ ਰਹਿ ਜਾਣੇ ਨੇ। ਨਾ ਇਹਨਾਂ ਨੇ ਤੇਰਾ ਸਾਥ ਦੇਣਾ, ਸਾਥ ਤਾਂ ਤੇਰਾ ਗੁਰੂ ਨੇ ਦੇਣਾ। ਨਾਮ ਔਰ ਨਾਮੀ ਦੇ ਵਿੱਚ ਫਰਕ ਨਹੀਂ ਹੈ। ਜਾਂ ਫਿਰ ਨਾਮ ਨੇ ਤੇਰਾ ਸਾਥ ਦੇਣਾ ਜਦ ਅੱਗੇ ਜਾਵੇਗਾ। ਨਹੀਂ, ਜਿੰਨੇ ਪਦਾਰਥ ਨੇ ਸਾਰੇ ਇੱਥੇ ਰਹਿ ਜਾਣਗੇ। ਫੇਰ ਤੂੰ ਇਕੱਲਾ ਹੀ ਜਾਵੇਗਾ, ਅੱਗੇ ਨੂੰ ਕਿਸੇ ਨੇ ਨਹੀਂ ਤੇਰੀ ਸੁਣਨੀ ਹੈ। ਉੱਥੇ ਕਰਮਾਂ ਦੇ ਅਨੁਸਾਰ ਤੈਨੂੰ ਫਿਰ ਉਸ ਜੂਨੇ ਦੇ ਵਿੱਚ ਪਾਇਆ ਜਾਵੇਗਾ। ਜੈਸੇ ਗੁਰੂ ਸਾਹਿਬ ਜੀ ਨੇ ਆਸਾ ਦੀ ਵਾਰ ਦੇ ਵਿੱਚ ਪੌੜੀ 'ਚ ਲਿਖਿਆ, ਜਿਹੜੇ ਲੋਕ ਇਸ ਦੁਨੀਆ ਨੂੰ ਇਹ ਸਭ ਕੁਛ ਮੰਨਦੇ ਨੇ, ਪਦਾਰਥਾਂ ਨੂੰ, ਕੋਈ ਹਕੂਮਤ ਮਿਲ ਜਾਵੇ ਫਿਰ ਉਹ ਜ਼ੁਲਮ ਕਰਨਾ ਸ਼ੁਰੂ ਕਰ ਦਿੰਦੇ ਨੇ। ਕਿਉਂ? ਉਹ ਹਨ ਅੰਨੇ। ਜਿਹੜਾ ਅੰਨਾ ਉਹਨੂੰ ਦੀਦਾ ਨਹੀਂ ਹੁੰਦਾ ਅੱਗੇ ਵੀ ਮੇਰੇ ਨਾਲ ਕੀ ਬੀਤੇਗੀ। ਆਪੀ ਨਾ ਭੋਗ ਭੋਗ ਕੇ ਹੋਏ ਭਸਮਣ ਭੌਰ ਸਦਾਇਆ, ਵੱਡਾ ਹੋਆ ਦੁਨੀਦਾਰ। ਹੁਣ ਗੁਰੂ ਸਰਵਾਗਾ ਉਹ ਤਾਂ ਜਾਣਦਾ ਆਪਣੀ ਸਭ ਕੁਛ, ਆਪਾਂ ਨਹੀਂ ਨਾ ਜਾਣਦੇ। ਜੇ ਆਪਾਂ ਜਾਣਦੇ ਹੋਈਏ ਤਾਂ ਆਪਾਂ ਫਿਰ ਪਰਮੇਸ਼ਰ ਦੀ ਬੰਦਗੀ ਨਾ ਕਰੀਏ, ਵਿਹਾਰਾਂ ਨੂੰ ਥੋੜ੍ਹਾ ਜਿਹਾ ਸੰਕੋਚ ਨਾਲ ਨਾ ਕਰੀਏ। ਸੰਕੋਚ ਤਾਂ ਆਪਾਂ ਰੱਬ ਨੂੰ ਮਿਲਣ ਕੰਨੀਓ ਕਰਦੇ ਹਾਂ, ਪਦਾਰਥਾਂ ਕੰਨੀ ਖੁੱਲ੍ਹੇ ਫਿਰਦੇ ਹਾਂ ਭੱਜੇ ਦਿਨ ਰਾਤ। ਜੀਨਾਂ ਦੀ ਛੁੱਟੀ ਹੋਈ ਕੌਡੀ ਵੀ ਕੀਮਤ ਨਹੀਂ ਪੈਣੀ ਜਿੱਥੇ ਜੀਵ ਨੇ ਜਾਣਾ ਅਗਲੇ ਲੋਕ ਦੇ ਵਿੱਚ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ, ਇਹ ਜਿਹੜੇ ਪਦਾਰਥ ਨੇ ਇਹਨਾਂ ਨੇ ਸਾਥ ਨਹੀਂ ਦੇਣਾ। ਇਨਸਾਨ ਤੇਰਾ, ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਗੁਰੂ ਘਰ ਦੇ ਵਿੱਚ ਦੋ ਹੀ ਪੱਖਾਂ ਨੂੰ ਰੱਖਿਆ, ਗ੍ਰਸਤ ਵੀ ਹੈ, ਤਿਆਗ ਵੀ ਹੈ। ਜੇ ਤਿਆਗੀ ਭਜਨ ਕਰਦਾ ਉਹ ਵੀ ਸਫਲ ਹੈ, ਜੇ ਗ੍ਰਸਤੀ ਕਰਦਾ ਉਹ ਵੀ ਸਫਲ ਹੈ। ਜੇ ਗ੍ਰਸਤੀ ਭਜਨ ਨਹੀਂ ਕਰਦਾ, ਪਦਾਰਥਾਂ ਪਿੱਛੇ ਲੱਕ ਬੰਨ੍ਹ ਕੇ ਪੈ ਗਿਆ, ਤਾਂ ਉਹਦਾ ਗ੍ਰਸਤ ਕਿਸੇ ਲੇਖੇ ਨਹੀਂ ਹੈ। ਵਿਹੰਗਮ ਕਾਰੋਬਾਰ ਛੱਡ ਦਿੱਤਾ ਤੇ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਉਹਦਾ ਤਿਆਗ ਕਿਸੇ ਕੰਮ ਨਹੀਂ ਹੈ। ਗੱਲ ਤਾਂ ਭਜਨ ਤੇ ਨਿਬੜਨੀ ਆ ਗੁਰਮੁਖ। ਵੱਡਾ ਹੋਆ ਦੁਨੀਦਾਰ, ਦੁਨੀਆ ਦੇ ਵਿੱਚ ਆ ਕੇ ਸਲਾਮਾਂ ਕਰਦੇ ਨੇ ਲੋਕ। ਜਦ ਇਹ ਸਰੀਰ ਚੋਂ ਨਿਕਲੇਗੀ ਰੂਹ, ਇਹਦੇ ਜਿਹੜੇ ਕੀਚੇ ਹੋਏ ਪਾਪ ਨੇ ਸਰੀਰ ਦੇ ਸੰਬੰਧ ਕਰਕੇ, ਸਰੀਰ ਦੇ ਸੰਬੰਧ ਕਰਕੇ ਇਸ ਨੇ ਪੁੰਨ ਕਰਕੇ ਉਤਲਿਆਂ ਲੋਕਾਂ ਨੂੰ ਜਾਣਾ। ਸਰੀਰ ਦੇ ਸੰਬੰਧ ਕਰਕੇ ਇਸ ਨੇ ਨਾਮ ਦਾ ਅਭਿਆਸ ਕਰਕੇ ਆਤਮਾ ਦੇ ਦੇਸ਼ 'ਚ ਜਾਣਾ। ਇਸੇ ਸਰੀਰ ਦੇ ਸੰਬੰਧ ਕਰਕੇ ਜ਼ੁਲਮ ਕਰਿਆ ਹੋਇਆ ਜਿਹੜਾ, ਉਹ ਫਿਰ ਇਸ ਦਾ ਲੇਖਾ ਪੱਤਾ ਹੋਵੇਗਾ। ਧਰਮ ਰਾਜਾ ਦੇ ਅੱਗੇ ਕਚਹਿਰੀ 'ਚ ਖੜਾ ਕਰਨਗੇ ਇਸ ਨੂੰ। ਸਰੀਰ ਨੂੰ ਖੜਾ ਨਹੀਂ ਕਰਨਾ, ਉੱਥੇ ਸਰੀਰ ਤਾਂ ਮਿੱਟੀ ਹੈ। ਇਹ ਤਾਂ ਇੱਕ ਸੰਬੰਧ ਹੈ ਜੀਵ ਦਾ ਇਹਦੇ ਨਾਲ। ਇਹਦੀ ਤਾਂ ਹੀ ਬਹੁਤ ਮਹੱਤਤਾ ਦੱਸੀ ਹੈ ਨਾ ਸਰੀਰ ਦੀ ਗੁਰੂ ਸਾਹਿਬ ਜੀ ਨੇ। ਇਹਦੇ ਸਰੀਰ ਦੇ ਸੰਬੰਧ ਕਰਕੇ ਇਸਨੇ ਪਰਮੇਸ਼ਰ ਨੂੰ ਸਾਖਿਆਤ ਕਰ ਲੈਣਾ। ਜਿਵੇਂ ਕਬੀਰ ਸਾਹਿਬ ਜੀ ਨੇ ਲਿਖਿਆ, ਰਾਮਾਨੰਦ ਜੀ ਦਾ ਸੇਵਕ ਸੀ ਕਬੀਰ ਸਾਹਿਬ ਜੀ। ਆਨਾ ਕਿ ਵੈਸ਼ਨੋ ਮੱਤ ਦਾ ਸੀ ਉਹ। ਰਾਮਾਨੰਦ ਸੀ ਬੈਰਾਗੀ। ਬੈਰਾਗੀਆਂ ਦਾ ਵੀ ਇੱਕ ਪੰਥ ਆ, ਉਹਨਾਂ ਦੇ ਚਿੰਨ੍ਹ ਵੀ ਨੇ। ਕੰਠੀ ਪਾ ਕੇ ਰੱਖਦੇ, ਤਿਲਕ ਛਾਪਾ ਲਾ ਕੇ। ਤਾਂ ਫਿਰ ਕਬੀਰ ਸਾਹਿਬ ਜੀ ਨੂੰ ਜਦ ਇਹ ਅਵਸਥਾ ਪ੍ਰਾਪਤ ਹੋ ਗਈ ਰਾਮਾਨੰਦ ਜੀ ਦੀ ਸੰਗਤ ਸੇ, ਆਪਾਂ ਨੇ ਗੁਰਬਾਣੀ ਦੀ ਔਰ ਗੁਰੂ ਦੀ ਸੰਗਤ ਸੇ,
ਉਹ ਉਸ ਅਵਸਥਾ ਨੂੰ ਪ੍ਰਾਪਤ ਕਰਨਾ ਹੈ ਜਿਹਨੂੰ ਕਬੀਰ ਸਾਹਿਬ ਜੀ ਲਿਖਦੇ ਨੇ। ਕਬੀਰ ਜਾਂ ਕੋ ਖੋਜ ਤੇ ਆਪਣੀ ਵੀ ਖੋਜ ਆ ਵੀ ਆਪਾਂ ਨੂੰ ਪਰਮੇਸ਼ਰ ਮਿਲ ਜਾਵੇ, ਪਦਾਰਥਵਾਦੀਆਂ ਦੀ ਵੀ ਖੋਜ ਆ ਵੀ ਅਸੀਂ ਦੁਨੀਆ ਦੇ ਵਿੱਚ ਬਹੁਤ ਵੱਡੇ ਬੰਦੇ ਬਣ ਜਾਈਏ ਪਦਾਰਥਾਂ ਦੁਆਰਾ। ਜਿਹੜੇ ਰੱਬ ਨੂੰ, ਖੁਦਾਵੰਦ ਕਰੀਮ ਨੂੰ, ਮੌਲਾ ਨੂੰ ਮਿਲਣ ਦੀ ਇੱਛਾ ਰੱਖਦੇ ਨੇ ਉਹ ਵੀ ਫਿਰ ਅਭਿਆਸ ਕਰਦੇ ਨੇ, ਉਹ ਵੀ ਖੋਜ ਕਰਦੇ ਨੇ ਵੀ ਰੱਬ ਕਿਸ ਤਰ੍ਹਾਂ ਪ੍ਰਗਟ ਹੋਵੇਗਾ। ਜਿਵੇਂ ਆਪਾਂ ਪਦਾਰਥਾਂ ਦੀ ਖੋਜ ਕਰਦੇ ਹਾਂ, ਜਦ ਕਬੀਰ ਸਾਹਿਬ ਜੀ ਨੇ ਖੋਜ ਕਰੀ ਪਰਮੇਸ਼ਰ ਦੀ ਤਾਂ ਉਸ ਨੂੰ ਅਨੁਭਵ ਹੋ ਗਈ ਗੱਲ। ਕੀ ਲਿਖਦਾ ਕਬੀਰ ਸਾਹਿਬ ਜੀ? ਹਾਲਾਂਕਿ ਜਾਤ ਦਾ ਜਲਾਹਾ ਸੀ ਬਿਆਦਰੀ ਜਲਾਹਿਆਂ ਦੀ, ਹੋਲੇ ਪਾਲੇ ਮੰਨੇ ਨੇ ਵਿਚਾਰੇ ਜਲਾਹੇ। ਕਬੀਰ ਜਾਂ ਕੋ ਖੋਜ ਤੇ, ਇਹ ਗੁਰਬਾਣੀ ਹੈ, ਸੋਈ ਪਾਇਓ ਠੌਰ। ਕਹਿੰਦਾ ਮੈਂ ਜਿਹਨੂੰ ਮਿਲਣਾ ਚਾਹੁੰਦਾ ਸੀ ਨਾ, ਜਿਹਨੂੰ ਮੈਂ ਖੋਜਦਾ ਸੀ, ਲੱਭਦਾ ਸੀ ਵੀ ਕਿੱਥੇ ਆ ਉਹ, ਕਿਹਾ ਜਿਹਾ, ਕਹੇ ਜੇ ਉਸਦੇ ਚਿੰਨ੍ਹ ਨੇ, ਕਹਿੰਦਾ ਉਹ ਮੈਨੂੰ ਅੰਦਰ ਹੀ ਦਿਖ ਪਿਆ ਮੇਰੇ। ਠੌਰ ਕਹਿੰਦੇ ਨੇ ਅੰਦਰ ਨੂੰ। ਉਹ ਕਹਿੰਦਾ ਮੈਂ ਅੰਦਰੋਂ ਹੀ ਸਾਖਿਆਤ ਕਰ ਲਿਆ। ਜਾਂ ਕੋ ਖੋਜ ਤੇ ਸੋਈ ਪਾਇਓ ਠੌਰ, ਸੋਈ ਫਿਰ ਕੇ ਤੂੰ ਪਿਆ ਜਾਂ ਕੋ ਕਹਿਤਾ ਔਰ। ਹੁਣ ਇਹ ਬ੍ਰਹਮ ਗਿਆਨੀ ਦੀ ਅਵਸਥਾ ਆਪਾਂ ਨਹੀਂ, ਇਸ ਨੂੰ ਆਪਾਂ ਨੂੰ ਸ਼ੰਕਾ ਪੈਦਾ ਹੋ ਜਾਏਗਾ। ਹਾਂ, ਜੇ ਕੋਈ ਆਤਮਦਰਸ਼ੀ ਹੈ ਉਹਨੂੰ ਸ਼ੰਕਾ ਨਹੀਂ ਪਵੇਗਾ ਬਈ ਠੀਕ ਹੈ, ਜਿਹੜਾ ਜੀਵ ਹੈ ਉਹਦਾ ਆਤਮਾ ਦੇ ਵਿੱਚ ਰਲ ਜਾਏਗਾ, ਫਰਕ ਨਹੀਂ ਰਹੇਗਾ, ਬਸ ਉਹੀ ਬਣ ਜਾਏਗਾ। देखा तू तू करता तू हुआ, मैं करता नहीं हो सकता। तू तू करता तू हुआ, मुझ के मुझ में रहा न हूँ। जब आपा पर का की है द्वंद्व पद, द्वायत हंगता ममता मेरा तेरा, ये छड्डना किन्ना औखा है। जद इस तो अगे लग जाएगा फिर वो अवस्था प्राप्त वरना नहीं होनी है किसी मत का, चाहे कोई परमार्थ है ना जेड़ा, ये लिहाज ही नहीं रखता है, बस हकीकत जनावेगा। तू तू करता तू हुआ, मुझ में रहा न हूँ। जब आपा पर का मिट गया, जत देखा तत तू। सारिਆਂ ਦੇ ਵਿੱਚ ਨਿਰਾਕਾਰ ਵਾਹਿਗੁਰੂ ਵਸਦਾ। ਜਦ ਨਿਰਾਕਾਰ ਦੇ ਵਿੱਚੋਂ ਭੇਦ ਹੋ ਜਾਵੇਗਾ ਨਾ, ਅਭੇਦ, ਤਾਂ ਫਿਰ ਇਸ ਨੂੰ ਉਹ ਗੱਲ ਅਨੁਭਵ ਹੋ ਜਾਵੇਗੀ ਵੀ ਸਾਰਿਆਂ ਦੇ ਵਿੱਚ ਪਰਮੇਸ਼ਰ ਵਸਦਾ, ਮੇਰੇ ਵਿੱਚ ਵੀ ਪਰਮੇਸ਼ਰ ਹੀ ਹੈ। ਆਓ ਇਸ ਤਰ੍ਹਾਂ ਦੇ ਨਾਲ ਦੱਸਿਆ ਵੀ ਇਹ ਜਿਹੜਾ ਜੀਵ ਹੈ ਪਰਮੇਸ਼ਰ ਤੋਂ ਵਿਛੜਿਆ ਹੋਇਆ। ਦਾਦੇ ਨੇ ਵੀ ਵੱਡਾ ਹੋਆ ਦੁਨੀਦਾਰ, ਦੁਨੀਆ ਦੇ ਵਿੱਚ ਬਹੁਤ ਵੱਡਾ, ਪਰ ਜਦ ਇਹਦੇ ਵਿੱਚੋਂ ਰੂਹ ਨਿਕਲੇਗੀ ਨਾ, ਫਿਰ ਤਾਂ ਹੋਰ ਕਿਸੇ ਅਸੂਲ ਦੇ ਅਧੀਨ ਹੋ ਜਾਵੇਗਾ। ਉਹ ਤਾਂ ਫਿਰ ਰੱਬੀ ਅਸੂਲ ਹੈ ਨਾ, ਜਿਹੜੇ ਪਾਪ ਕਰਦੇ ਨੇ ਨਾ, ਪਾਪ ਧੱਕਾ ਕਰਦੇ ਨੇ, ਤਾਂ ਫਿਰ ਉਹਨਾਂ ਨੂੰ ਕਹਿੰਦੇ ਜਮਦੂਤ ਲੈਣ ਆਉਂਦੇ ਨੇ। ਜਮਦੂਤ, ਜੇ ਜਮਦੂਤ ਨਾ ਹੁੰਦੇ ਤਾਂ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਨਾ ਲਿਖਦੇ। ਜੇ ਆਪਾਂ ਕਹੀਏ ਐਵੇਂ ਕਹਾਵਤ ਹੈ ਜਮਦੂਤ ਨਹੀਂ ਹਨ, ਤਾਂ ਫਿਰ ਆਪਾਂ ਸੱਚੇ ਹੋਏ, ਗੁਰੂ ਸਾਹਿਬ ਜੀ ਝੂਠੇ ਹੋਏ। ਨਹੀਂ, ਇਹ ਤਾਂ ਆਪਣੀ ਮਸਤਪਣ ਹੈ। ਚਾਰ ਪਾਉਣ ਜੇ ਮਿਲ ਗਏ ਚਾਂਵਲ, ਕਿੰਨਾ ਚਿਰ ਚਾਂਵਲਿਆ ਰਹੇਗਾ। ਇਹ ਤਾਂ ਰੱਬ ਤਾਂ ਜਾਨ ਤਾਂ ਰੱਬ ਨੇ ਹੀ ਲੈਣੀ ਹੈ ਨਾ। ਦਾਦੇ ਨੇ ਵੀ ਗੱਲ ਸੰਗਲ, ਸੰਗਲਾਂ ਨਾਲ ਲੂਣ ਲਿਆ ਜਮਾ ਨੇ ਆ ਕੇ ਉਹਦੀ ਰੂਹ ਨੂੰ।
ਉਹ ਜਿਹੜੇ ਸਲਾਮਾਂ ਕਰਦੇ ਸੀ ਹੁਣ ਕੋਈ ਪੁੱਛਦਾ ਵੀ ਨਹੀਂ ਹੈ ਕਿੱਥੇ ਹੈ ਤੂੰ। ਤਖਤ ਤੇ ਬੈਠ ਕੇ ਜਿਹੜਾ ਹਕੂਮਤ ਕਰਦਾ ਸੀ ਸੁਆਹ ਹੋ ਗਈ। ਅੱਗੇ ਜੋ ਕਰਮਾਂ ਦਾ ਹਾੜਾ ਉਹ ਦਰਗਾਹ ਦੇ ਵਿੱਚ ਮਿਲੇਗਾ। ਗੱਲ ਸੰਗਲ ਕੱਤ ਚਲਾਇਆ, ਅੱਗਾ ਕਰਨੀ ਕੀਰਤ ਵਾਚਿਆ। ਜੋ ਕਰਮ ਕਰੇ ਹੋਏ ਨੇ ਸਰੀਰ ਦੇ ਸੰਬੰਧ ਕਰਕੇ, ਵਾਚਣਾ ਨਾਮ ਹੈ ਪੜ੍ਹਨੇ। ਜਿਵੇਂ ਆਪਾਂ ਦਰਬਾਰ ਸਾਹਿਬ ਬਾਣੀ ਦਾ ਪਾਠ ਕਰਦੇ ਹਾਂ, ਪੜ੍ਹਦੇ ਹਾਂ। ਅੱਗੇ ਕਰਨੀ ਜੋ ਕੁਛ ਕਰਿਆ ਸਰੀਰ ਦੇ ਵਿੱਚ ਜੀਵ ਆਤਮਾ ਨੇ ਅਗਿਆਨ ਦੇ ਵਸ ਹੋ ਕੇ। ਗਿਆਨਵਾਨ ਨਹੀਂ ਇਹ ਕਰੇਗਾ ਕਦੇ। ਗਿਆਨਵਾਨ ਤਾਂ ਹਮੇਸ਼ਾ ਸ਼ੁਭ ਕਰਮ ਕਰੇਗਾ, ਪਰਮੇਸ਼ਰ ਨੂੰ ਮਿਲਣ ਵਾਸਤੇ ਪਾ ਕਰੇਗਾ, ਬੱਚਿਆਂ ਨੂੰ ਹੱਕ ਦੀ ਕਿਰਤ ਕਰਕੇ ਪਾਲੇਗਾ। ਉਹ ਜਿਹਨੇ ਰਹਿਣਾ ਨਹੀਂ ਤਾਂ ਫਿਰ ਉਹ ਕਿਉਂ ਕਰੇਗਾ ਇਹ ਗੱਲਾਂ। ਰਾਤ ਕਾਰਨ ਤਨ ਸਾਂਚੀ ਹੈ, ਪਲਕੇ ਚੱਲਣ ਹੋਏ। ਦੱਸੋ ਕੀ ਕਰਾਂਗੇ। ਸਾਰੀ ਰਾਤ ਤਾਂ ਤਨ ਇਕੱਠਾ ਕਰ ਗਿਆ, ਦਿਨ ਚੜਿਆ ਤੁਰ ਗਿਆ, ਤੇ ਤਨ ਕਿਸ ਕੰਮ ਆਇਆ। ਉਹ ਕੀਤੇ ਹੋਏ ਕਰਮਾਂ ਦਾ ਹੜ ਫਿਰ ਅੱਗੇ ਮਿਲੇਗਾ। ਇਹ ਪਾਪੀਆਂ ਦੀ ਅਵਸਥਾ। ਪਾਪੀ ਜਿਹੜਾ ਉਹ ਕਦੇ ਚੰਗਾ ਕੰਮ ਨਹੀਂ ਕਰੇਗਾ, ਉਹਨੂੰ ਗਿਆਨ ਹੀ ਨਹੀਂ ਵਰਤ, ਹਮੇਸ਼ਾ ਮਾੜੇ ਕਰਦਾ। ਹੰਕਾਰ ਹੋ ਜਾਵੇਗਾ। ਹੰਕਾਰ ਕਰੇ ਸੇ ਵਿਗਤੀ ਗਏ, ਉਹਨਾਂ ਦੀ ਗਤੀ ਨਹੀਂ ਹੋਵੇਗੀ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮੱਥਣ ਮਦਾਨੀਆਂ ਤਿਉ ਮੱਥੇ ਧਰਮ ਰਾਏ। ਇਹ ਹੁਣ ਕਵਿਤਾ ਨਹੀਂ ਹੈ। ਜਿਹੜੀ ਬਾਣੀ ਨੂੰ ਆਪਾਂ ਭਰੋਸਾ ਗੁਰੂ ਰੱਖਦੇ ਹਾਂ ਵੀ ਸਾ ਗੁਰਬਾਣੀ ਗੁਰੂ ਹੈ, ਗੁਰੂ ਦਾ ਕੋਈ ਨਾ ਕੋਈ ਫਿਰ ਉਪਦੇਸ਼ ਹੁੰਦਾ, ਹੁਕਮ ਹੁੰਦਾ। ਉਪਦੇਸ਼ ਹੁੰਦਾ ਪ੍ਰਾਣੀ ਮਾਤਰ ਵਾਸਤੇ, ਜਿਹੜੀ ਉਮਤ ਹੁੰਦੀ ਆ ਉਸ ਨੂੰ ਹੁਕਮ ਹੁੰਦਾ। ਆਓ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਗੱਲ ਸੰਗਲ ਕੱਤ ਚ ਲਾਇਆ, ਅੱਗੇ ਕਰਨੀ ਕੀਰਤ ਵਾਚਿਆ, ਬੈ ਲੇਖਾ ਕਰ ਸਮਝਾਇਆ। ਆਓ ਅਗਲੀ ਜਿਹੜੀ ਦੁਨੀਆ, ਜਿਹੜੇ ਇੱਥੇ ਪਾਪ ਕਰਦਾ ਇਹ, ਤੇ ਫਿਰ ਉਹਦਾ ਹਿਸਾਬ ਕਿਤਾਬ ਧਰਮ ਰਾਜਾ ਦੀ ਕਚਹਿਰੀ ਚੋਂ ਇੱਕ ਕਾਰਕੁਨ ਦੇਵਤਾ ਰੱਬ ਦਾ ਬਿਠਾਇਆ ਹੋਇਆ। ਉਹ ਨਿਰਾਕਾਰ ਉਸ ਤੋਂ ਪਰੇ ਹੈ। ਨਿਰਾਕਾਰ ਹਮੇਸ਼ਾ ਸੱਤਿਆ ਦਿੰਦਾ। ਨਿਰਾਕਾਰ ਆਪ ਨਹੀਂ ਕੁਛ ਕਰਦਾ ਹੁੰਦਾ, ਨਹੀਂ ਉਹਦੀ ਸੱਤਿਆ ਹੈ। ਗੁਰੂ ਸਾਹਿਬ ਨੇ ਲਿਖਿਆ ਨਾ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਉਹ ਵੇਖਾ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਬਡਾਨ। ਇਹੀ ਤਾਂ ਅਚਰਜ ਗੱਲ ਹੈ, ਹੁੰਦੀ ਹੋਈ ਚੀਜ਼ ਨਹੀਂ ਦੀਂਦੀ ਗੁਰੂ ਤੋਂ। ਆਓ ਇਸ ਤਰ੍ਹਾਂ ਦੇ ਨਾਲ ਇਹ ਕਾਰਕੁਨ ਦੇਵਤੇ ਨੇ, ਪਰ ਉਹ ਇਹਨਾਂ ਨੂੰ ਸੱਤਿਆ ਦਿੰਦਾ। ਆਓ ਇਸ ਤਰ੍ਹਾਂ ਦੇ ਨਾਲ ਜੋ ਕਰਤੱਵ ਕਰਦਾ ਇਹ ਜੀਵ ਸਰੀਰ ਦੇ ਸੰਬੰਧ ਕਰਕੇ ਕਰਦਾ, ਤਾਂ ਇਹ ਆਪਣੇ ਆਪ ਨੂੰ ਸਰੀਰ ਮੰਨ ਕੇ, ਸਰੀਰ ਦੇ ਸੰਬੰਧ ਕਰਕੇ ਇਸ ਨੂੰ ਕੋਈ ਪ੍ਰਾਪਤ ਜਾਂ ਦੁਨੀਆ ਦਾ ਅਹੁਦਾ ਪੈਦਾ ਹੋ ਗਿਆ, ਫਿਰ ਇਹ ਆਪਣੀਆਂ ਮਨ ਪਾਉਂਦੀਆਂ ਕਰਦਾ। ਇਹਨੂੰ ਉਹ ਨਹੀਂ ਪਤਾ ਵੀ ਜੋ ਮੈਂ ਕਰਦਾ ਇਹਦਾ ਹਿਸਾਬ ਕਿਤਾਬ ਦੇਣਾ ਪਵੇਗਾ, ਜੋ ਇਹਦਾ ਫਲ ਮੈਨੂੰ ਫਿਰ ਭੁਗਤਣਾ ਪਵੇਗਾ। ਪੜੋ ਫਿਰ, ਜੇ ਇੰਨਾ ਗਿਆਨ ਹੋਵੇ ਕਰੇਗਾ ਨੂੰ ਇਹ। ਪੜੋ ਪ੍ਰੇਰਣਾ ਤਿੰਨ ਚ ਬੋਲਿਓ। ਗਲ ਪੈ ਜੂ ਸੰਗਲਾ ਦੀ, ਵੱਡੇ ਵੱਡੇ
ਇਹ ਸਰੀਰ ਦੇ ਸੰਬੰਧ ਕਰਕੇ ਇਹ ਕਰਤੱਵ ਕਰਦਾ। ਕਹਿੰਦੇ ਗਰੀਬ ਨੇ ਗਰੀਬੀ ਛੱਡ ਜਾਣੀ ਆ ਇੱਥੇ, ਅਮੀਰ ਨੇ ਅਮੀਰੀ ਇੱਥੇ ਛੱਡ ਜਾਣੀ ਆ, ਨਾਲ ਨਹੀਂ ਲਿਜਾ ਸਕਦਾ। ਜਿਹੜਾ ਰਾਜਾ ਹਕੂਮਤ ਆਦਿਕ ਹਕੂਮਤ ਇੱਥੇ ਛੱਡ ਜਾਣੀ ਹੈ, ਇਕੱਲਾ ਜਾਵੇਗਾ। ਜੋ ਸਰੀਰ ਦੇ ਸੰਬੰਧ ਕਰਕੇ ਪਾਪ ਕਰੇ ਨੇ ਨਾ, ਉਹਦਾ ਫਿਰ ਅੱਗੇ ਜਾ ਕੇ ਧਰਮ ਰਾਜਾ ਦੇ ਹਿਸਾਬ ਕਿਤਾਬ ਹੋਵੇਗਾ। ਉਹਦਾ ਫਲ ਵੇਰ ਉਸ ਨੂੰ ਭੁਗਤਾਇਆ ਜਾਵੇਗਾ। ਆਓ ਜੇ ਬਚਣਾ ਇਸ ਗੱਲ ਕੋਲੋਂ, ਸਾਡਾ ਗੁਰੂ ਸਾਨੂੰ ਉਪਦੇਸ਼ ਕਰਦਾ ਹੈ, ਸਿੱਖ ਆਏ ਇਨਸਾਨ, ਤੂੰ ਗੁਰੂ ਵਾਲਾ ਬਣ ਜਾ।
ਗੁਰੂ ਵਾਲਾ ਬਣ ਕੇ ਨਾ ਰਾਏ ਗ੍ਰਸਤ ਦੇ ਵਿੱਚ ਜੋ ਗ੍ਰਸਤ ਦਾ ਅਸੂਲ ਹੈ, ਅਸੂਲ ਅਨੁਸਾਰ ਚੱਲ ਤਾਂ ਤੇਰਾ ਭਲਾ ਹੋਵੇਗਾ। ਵਰਨਾ ਜੇ ਤੂੰ ਵੱਧ ਘੱਟ ਚੱਲੇਗਾ ਨਾ, ਫਿਰ ਤਾਂ ਗੁਰੂ ਸਾਹਿਬ ਨੇ ਅਗਲੀ ਪੰਕਤੀ ਹੈ ਜਿਹੜੀ ਹੋਰ ਪਾਸੇ ਉਚਾਰਨ ਕਰੀ ਹੈ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਹੋਣ ਨਾ ਪਾਈਏ ਰਾਮ ਕੇ ਦਾਸਾ। ਜਿਹਨੇ ਸਭ ਕੁਛ ਪਦਾਰਥ ਪੁੱਤਰ ਦੀਆਂ ਹੀ ਮੰਗ ਲਏ, ਉਹ ਕਦ ਫਿਰ ਪਰਮੇਸ਼ਰ ਦੀ ਬੰਦਗੀ ਕਰੇਗਾ। ਗੁਰਮਤਿ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਰਾਜ ਭਾਵ ਵੀ ਬਖਸ਼ਿਆ, ਸਰਦਾਰੀ ਵੀ ਬਖਸ਼ੀ ਹੈ, ਗਰੀਬੀ ਵੀ ਬਖਸ਼ੀ ਹੈ। ਜਿਹੜਾ ਗਰੀਬ ਹੈ ਨਾ ਸਿੱਖ, ਉਹਦੇ ਵਾਸਤੇ ਕੀ ਹੁਕਮ ਹੈ ਗੁਰੂ ਦਾ ਵੀ ਤੇਰੇ ਕਰਮਾਂ ਅਨੁਸਾਰ ਤੈਨੂੰ ਗਰੀਬੀ ਤੈਨੂੰ ਮਿਲਣੀ ਸੀ। ਤੂੰ ਰੱਬ ਤੇ ਹੁਣ ਕੀਤੂ ਨਾ ਕਰੇ ਵੀ ਮੈਂ ਗਰੀਬ ਹਾਂ। ਤੂੰ ਪਾਣੇ ਦੇ ਵਿੱਚ ਖੜੀ ਪਰਾ ਲੱਭ ਦਿੱਤੇ ਪਰਮੇਸ਼ਰ ਦੀ ਕਰੀ ਬੰਦਗੀ, ਜਾਂ ਤੇਰਾ ਅਗਲਾ ਜਨਮ ਜਿਹੜਾ ਰਾਜਿਆਂ 'ਚ ਚਲਿਆ ਜਾਵੇ। ਅਮੀਰ ਹੈ ਜਿਹੜਾ ਸਿੱਖ, ਉਹਨੂੰ ਵੀ ਗੁਰੂ ਸਾਹਿਬ ਨੇ ਕਿਹਾ ਵੀ ਤੈਨੂੰ ਕਰਮਾਂ ਅਨੁਸਾਰ ਅਮੀਰੀ ਮਿਲ ਗਈ ਪਦਾਰਥ, ਤੂੰ ਆਪਣੇ ਨਾ ਸਮਝੀ। ਸਰੀਰ ਦੇ ਸਮੇਤ ਗੁਰੂ ਦੇ ਸਮਝੀ ਜਾਈ, ਜਾਂ ਤੇਰੀ ਕਲਿਆਣ ਹੋ ਜਾਵੇਗੀ ਪਦਾਰਥਾਂ ਦੇ ਵਿੱਚ ਹੀ। ਜੇ ਤੂੰ ਆਪਣੀ ਹਉਂ ਧਾਰਨ ਕਰ ਲੇਗਾ ਵੀ ਮੈਂ ਪਦਾਰਥ ਪੈਦਾ ਕਰੇ ਨੇ, ਤੂੰ ਤਾਂ ਫਿਰ ਫੜਿਆ ਜਾਵੇਗਾ। ਫਿਰ ਤਾਂ ਤੇਰਾ ਲੇਖਾ ਪੇਤਾ ਮੰਗਿਆ ਜਾਵੇ ਤਾਂ ਜਿਹਨੇ ਪਦਾਰਥ ਦਿੱਤੇ ਨੇ ਤੂੰ ਉਸੇ ਨੂੰ ਹੀ ਭੁੱਲ ਗਿਆ, ਤਾਂ ਫਿਰ ਸਜ਼ਾ ਤਾਂ ਮਿਲੇਗੀ ਨਾ ਭੁੱਲਣ ਦੀ। ਜਿਵੇਂ ਤੀਸਰੇ ਪਾਤਸ਼ਾਹ ਮਹਾਰਾਜ ਜੀ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਬੌਲੀ ਦੀ ਸੇਵਾ ਹੋ ਰਹੀ ਹੈ, ਤਾਂ ਫਿਰ ਕਈ ਪ੍ਰੇਮੀ ਜਿਹੜੇ ਗਰੀਬ ਹੁੰਦੇ ਨੇ ਉਹ ਕਹਿੰਦੇ ਨੇ ਚਲੋ ਗੁਰੂ ਘਰ ਸੇਵਾ ਕਰੀਏ, ਕੁਛ ਨਾ ਕੁਛ ਪ੍ਰਾਪਤ ਹੀ ਹੋ ਜਾਵੇਗਾ, ਸੇਵਾ ਦਾ ਫਲ ਮਿਲ ਜਾਵੇਗਾ, ਅਵੱਸ ਮਿਲੇਗਾ ਸੇਵਾ ਦਾ ਫਲ। ਦੋ ਕਿਸਮ ਦੀ ਸੇਵਾ, ਇੱਕ ਤਾਂ ਹੈ ਇੱਛਾ ਸਹਿਤ, ਇੱਕ ਨਿਰੀਛਤ ਹੈ। ਇਹਨਾਂ ਦਾ ਫਲ ਵੀ ਲੈਦਾ ਹੀ। ਜੇ ਜਗਿਆਸੂ ਜਾਂ ਸਿੱਖ ਇਹ ਇੱਛਾ ਰੱਖਦਾ ਨਾ, ਸੇਵਾ ਕਰਦਾ ਗੁਰੂ ਦੀ, ਮੈਂ ਅਮੀਰ ਹੋ ਜਾਵਾਂ, ਅਮੀਰ ਹੋ ਜਾਵੇਗਾ। ਜੇ ਕੋਈ ਨਿਰੀਛਤ ਸੇਵਾ ਕਰਦਾ ਤਾਂ ਫਿਰ ਉਸ ਨੂੰ ਕੀ ਫਲ ਮਿਲੇਗਾ? ਉਹ ਜਿਹੜਾ ਨਿਰਾਕਾਰ ਵਾਹਿਗੁਰੂ ਆ ਉਹਦੇ ਦੇਸ਼ ਨੂੰ ਚਲਿਆ ਜਾਵੇਗਾ। ਇਹ ਨਿਰੀਛਤਾ ਦਾ ਫਲ ਹੈ। ਇੱਛਾ ਜਿਹੜਾ ਰੱਖਦਾ ਉਹਨੂੰ ਵਸਤੂ ਮਿਲ ਜਾਵੇਗੀ। ਸੰਗੋ ਨਾਮ ਦਾ ਇੱਕ ਪ੍ਰੇਮੀ ਸੇਵਾ ਕਰਦਾ ਵੀ ਮੇਰੀ ਗੁਰਬਤ ਦੂਰ ਹੋ ਜਾਵੇ, ਗਰੀਬੀ ਹੋ ਜਾਂਦੀ ਹੈ ਸੇਵਾ ਕਰਨ ਸੇ। ਆ ਜਿਹੜਾ ਦਿੱਲੀ ਵਾਲਾ ਮੋਹਨ ਸਿੰਘ ਨਾ ਸਰਦਾਰ, ਆ ਜਿਹਦੇ ਹੁਣ ਫੈਕਟਰੀਆਂ ਚੱਲਦੀਆਂ ਨੇ, ਕੋਕੇ ਕੋਲੇ ਦੀਆਂ ਬੜੇ ਬੜੇ ਹੋਟਲ ਬਣੇ ਹੋਏ ਨੇ ਅਰਬਾਂ ਖਰਬਾਂ ਨੇ। ਸੰਤ ਮਹਾਰਾਜ ਜੀ ਬੜੇ ਰੇਣੂ ਸਾਹਿਬ ਵਾਲੇ ਮਹਾਰਾਜ ਜੀ ਨੇ ਸਰੀਰ ਨੂੰ ਅਲੋਪ ਕਰ ਲਿਆ, ਉਹਨਾਂ ਦਾ ਜੀ ਨਾ ਲੱਗਿਆ ਫਿਰ, ਕਿ ਉਹਨਾਂ ਦਾ ਪਦਾਰਥਾਂ ਨਾਲ ਸੰਬੰਧ ਨਹੀਂ ਸੀ, ਉਹਨਾਂ ਦਾ ਤਾਂ ਗੁਰੂ ਨਾਲ ਸੰਬੰਧ ਸੀ, ਆਤਮਾ ਨਾਲ। ਆਤਮਾ ਵਿਛੜ ਗਈ। ਇਸ ਤਰ੍ਹਾਂ ਫਿਰਦੇ ਫਿਰਾਉਂਦੇ ਫਿਰ ਉਹ ਟੱਕੀ 'ਚ ਆ ਗਏ ਛੋਟੇ ਮਹਾਰਾਜ ਜੀ। ਨਾਲ ਨੇ ਦੋ ਹੀ ਨੇ, ਤੀਜਾ ਕੋਈ ਹੈ ਨਹੀਂ। ਤਾਂ ਫਿਰ ਉੱਥੇ ਤਪੱਸਿਆ ਸ਼ੁਰੂ ਕਰ ਦਿੱਤੀ। ਨਾ ਖਾਣਾ, ਨਾ ਪੀਣਾ, ਨਾ ਨਹਾਉਣ ਨੂੰ, ਕੁਛ ਨਹੀਂ ਸੀ ਉੱਥੇ। ਸੂਰ ਫਿਰਦੇ ਸੀ, ਸੂਰ ਰੋਜ਼। ਛੋਟੇ ਮਹਾਰਾਜ ਦੱਸਦੇ ਨੇ ਵੀ ਟੱਕਾਂ ਦੇ ਉੱਤੇ ਅਸੀਂ ਟਾਕਾਂ ਇਕੱਠੇ ਜੇ ਕਰਕੇ ਮਨਾ ਜਾ ਬਣਾ ਕੇ ਫਿਰ ਰਾਤ ਨੂੰ ਉੱਤੇ ਚੜ੍ਹ ਜਾਂਦੇ ਹੁੰਦੇ। ਸੂਰ ਫਿਰਦੇ ਸੀ ਥੱਲੇ। ਸੂਰ ਤਾਂ ਅਸੀਂ ਬਥੇਰੇ ਦੇਖੇ ਨੇ। ਆਹ ਇਸ ਤਰ੍ਹਾਂ ਦੇ ਨਾਲ ਉਹ ਫਿਰ ਹੌਲੀ 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 ਫਿਰ ਸੰਗਤਾਂ ਨੂੰ ਪਤਾ ਲੱਗ ਗਿਆ। ਹਰ ਕਾ ਭਗਤ ਪ੍ਰਗਟ ਨਹੀਂ ਛਪਾ। ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਉਹ ਕਦੇ ਛੁਪਿਆ ਨਹੀਂ ਰਹੇਗਾ। ਗੁਰੂ ਬੇਨਤੀ ਵੀ ਕਰੀ ਤੀ ਸਿੱਖਾਂ ਨੇ ਰੇਣੂ ਸਾਹਿਬ ਜਦੋਂ ਮਹਾਰਾਜ ਜੀ ਨੇ ਕਿਹਾ ਵੀ ਅਸੀਂ ਹੁਣ ਜਾਣਾ। ਕਹਿੰਦੇ ਮਹਾਰਾਜ ਜੀ ਫਿਰ ਅੱਗੇ
ਕਹਿੰਦੇ ਵੀ ਉਹਨੇ ਕਿਹੜਾ ਛੁਪਿਆ ਰਹਿਣਾ, ਉਹ ਛੁਪਿਆ ਨਹੀਂ ਰਹੇਗਾ। ਇਸ਼ਾਰਾ ਕਰਤਾ। ਆਓ ਹਾਂਸ ਪਿੰਡ ਆ ਸਾਡੇ ਕੋਲ, ਇਹ ਹੈਗਾ ਆਲੋ ਵਾਲੀਆਂ, ਜਿਹਨੂੰ ਅੱਜ ਕੱਲ੍ਹ ਬਾਲੀਆ ਕਹਿੰਦੇ ਨੇ, ਬਾਲੀਆ। ਮੋਹਨ ਸਿੰਘ 8 ਜਮਾਤਾਂ ਪੜ੍ਹਿਆ ਸੀ ਸਿਰਫ। ਉਹਦਾ ਜਿਹੜਾ ਪਿਤਾ ਸੀ ਲਛਮਣ ਸਿੰਘ, ਉਹ ਫੌਜ ਦੇ ਵਿੱਚ ਸਲੋਤਰੀ ਸੀ, ਆ ਘੋੜਿਆਂ ਘਾੜਿਆਂ ਦਾ ਜਿਹਨੂੰ ਡਾਕਟਰ ਕਹਿੰਦੇ ਨੇ। ਖੈਰ ਉਹ ਛੁੱਟੀ ਆਇਆ, ਛੁੱਟੀ ਆਉਣ ਤੋਂ ਉਹਨੂੰ ਵੀ ਪਤਾ ਲੱਗ ਗਿਆ ਵੀ ਇੱਥੇ ਕੋਈ ਮਹਾਤਮਾ ਰਹਿੰਦੇ ਨੇ। ਬਹੁਤ ਸੰਗਤ ਆਉਣ ਲੱਗ ਗਈ, ਕਥਾ ਕੀਰਤਨ ਸ਼ੁਰੂ ਹੋ ਗਿਆ। ਉਹ ਆਇਆ, ਨਮਸਕਾਰ ਕਰਕੇ ਬੈਠ ਗਿਆ। ਬੜੇ ਮਹਾਰਾਜ ਜੀ ਨੂੰ ਅਰਜ਼ ਕਰੀ, ਮਹਾਂਪੁਰਸ਼ੋ ਮੇਰਾ ਪੁੱਤਰ 8 ਜਮਾਤਾਂ ਪੜ੍ਹਿਆ ਹੈ, ਨੌਕਰੀ ਨਹੀਂ ਮਿਲਦੀ, ਬੇਰੀਆਂ ਹੇਠ ਬੇਰ ਖਾਂਦਾ ਫਿਰਦਾ। ਬੇਰ ਅਸੀਂ ਵੀ ਬਹੁਤ ਖਾਧੇ ਨੇ। ਆਹੋ ਜਾਂ ਬੇਰ ਗਨੀਮਤੀ ਗਾਜਰਾਂ, ਅੱਜ ਕੱਲ੍ਹ ਤਾਂ ਜਾਂ ਗੁਲਾਬ ਜਾਮਣਾ ਪਈਆਂ ਰਹਿੰਦੀਆਂ ਨੇ, ਕਿਤੇ ਕਾਜੂ ਪਏ ਨੇ, ਕਿਤੇ ਪਿਸਤਾ ਪਿਆ, ਬਹੁਤ ਕੁਛ ਪਿਆ। ਉਸ ਟਾਈਮ ਨਹੀਂ ਸੀ। ਗਾਜਰਾਂ, ਮੂਲੀਆਂ, ਬੇਰ, ਗੰਨੇ, ਛੱਲੀਆਂ, ਇਹੋ ਜਿਹਾ ਖਾਂਦੇ ਹੁੰਦੇ ਸੀ। ਠੀਕ ਹੈ, ਤਕੜੇ ਸਤੋ ਗੁਣੀ ਹੁੰਦੇ ਸਨ। ਆਓ ਇਸ ਤਰ੍ਹਾਂ ਦੇ ਨਾਲ ਬੜੇ ਮਹਾਰਾਜ ਕਹਿੰਦੇ, ਸਰਦਾਰ ਜੀ ਇਉਂ ਕਰੋ, ਤੁਸੀਂ ਇਸ ਨੂੰ ਦਿੱਲੀ ਘੱਲ ਦਿਓ। ਉਹ ਕਹਿੰਦੇ ਚੰਗਾ, ਸਵੇਰੇ ਮੈਂ ਨਾਲ ਲੈ ਕੇ ਆਵਾਂਗਾ। ਆ ਗਿਆ ਮੋਹਨ ਸਿੰਘ ਨਾਲ, ਨਮਸਕਾਰ ਕਰੀ ਬੈਠ ਗਿਆ। ਸੰਤ ਮਹਾਰਾਜ ਕਹਿੰਦੇ, ਕਾਕਾ ਤੂੰ 8 ਜਮਾਤਾਂ ਪੜ੍ਹਿਆ? ਮਹਾਰਾਜ ਜੀ 10 ਪੜ੍ਹੇ ਹੋਏ। ਤੇਰਾ ਪਿਤਾ ਕਹਿੰਦਾ ਵੀ ਕੋਈ ਨੌਕਰੀ ਨਹੀਂ ਮਿਲਦੀ। ਕਹਿੰਦਾ ਹਾਂ ਮਹਾਰਾਜ ਜੀ, ਮੈਂ ਤਾਂ ਵਿਹਲਾ ਹੀ ਫਿਰਦਾ। ਮਹਾਰਾਜ ਕਹਿੰਦੇ ਇਉਂ ਕਰ, ਜਾ ਦਿੱਲੀ ਚਲਿਆ ਜਾ, ਜਿੰਨੀ ਤੇਰੀ ਤਨਖਾਹ ਹੋਵੇਗੀ ਨਾ 10ਵਾਂ ਹਿੱਸਾ ਤੂੰ ਗੁਰੂ ਲੇਖੇ ਕੱਢੀ ਜਾਈ, ਹੱਕ ਦੀ ਕਿਰਤ ਕਰੀ, ਜਾਂ ਤੇਰੇ ਘਰ ਕੋਈ ਘਾਟਾ ਨਹੀਂ ਰਹਿਣਾ। ਆ ਗਿਆ ਗੁਰਮੁਖੋ ਸੇਵਾ, ਦਸੌਂਦ ਰਾੜੇ ਸਾਹਿਬ ਘੱਲਦਾ ਰਿਹਾ। ਦੇਖ ਲਓ ਹੌਲੀ ਹੌਲੀ ਸੇਵਾ ਦਾ ਫਲ ਕਿੱਥੇ ਚਲੀ ਗਈ ਗੱਲ। ਅੱਜ ਜਿਹੜੇ ਰਾਣੇ ਰਾਜੇ ਆ ਬਣੇ ਨਾ ਡੈਮੋਕ੍ਰੇਸੀਆਂ ਜੀਆਂ, ਉਹਨਾਂ ਦੇ ਅੱਗੇ ਹੱਥ ਅੱਡਦੇ ਹੁੰਦੇ ਸੀ। ਇਹ ਹੱਥ ਇਤਨਾ ਹੀ ਮੋਹਨ ਸਿੰਘ ਦੀ ਪੁੱਕਤ ਹੋ ਗਈ ਦਿੱਲੀ ਦੇ ਵਿੱਚ, ਤੇ ਉਸ ਨੂੰ ਟਿਕਟ ਦਿੱਤਾ ਨਹਿਰੂ ਨੇ। ਤੇ ਸੰਤ ਮਹਾਰਾਜ ਜੀ ਆਏ ਤਾਂ ਫਿਰ ਮੋਹਨ ਸਿੰਘ ਕਹਿੰਦਾ, ਮਹਾਰਾਜ ਮੈਨੂੰ ਨਹਿਰੂ ਨੂੰ ਟਿਕਟ ਦੇ ਦਿੱਤਾ। ਕਹਿੰਦੇ ਮੋੜ ਦੇ। ਕਹਿੰਦੇ ਤੂੰ ਤਾਂ ਇਹਨਾਂ ਨਾਲੋਂ ਬੜਾ, ਇਹਨਾਂ ਦਾ ਕੀ ਪਤਾ ਕਦ ਤੁਰ ਜਾਣ ਇੱਥੋਂ। ਮੋੜਤਾ ਜੀ, ਹੁਕਮ ਮੰਨਦਾ ਸੀ ਇਤਨਾ। ਹੌਲੀ ਹੌਲੀ ਇਹ ਫਿਰ ਆ ਕੇ ਫਰਮ ਸੀ ਅੰਗਰੇਜ਼ ਦੀ। ਦੇਖੋ ਹੀਲੇ ਰਿਜ਼ਕ ਬਹਾਨੇ ਮੌਤ, ਸੇਵਾ, ਸੇਵਾ ਦਾ ਕਿਤਨਾ ਵੱਡਾ ਫਲ ਹੈ। ਕੋਈ ਕਰਕੇ ਦੇਖ ਲਓ, ਮੇਵਾ ਲੱਗੇਗਾ ਜ਼ਰੂਰ। ਪੜ੍ਹੋ ਫਿਰ, ਜੇ ਭੁਲਾ ਦੇਗਾ ਫੇਰ ਹੋ ਜਾਏਗਾ। ਕਰਕੇ ਕੋਈ ਦੇਖ ਲੋ ਸੇਵਾ ਨੂੰ,
ਰੁਪਈਏ ਦੀ ਆਮਦਨੀ ਤਾਂ 10,000 ਰੁਪਈਆ ਮਹਾਰਾਜ ਦੇ ਚਰਨਾਂ 'ਚ ਰੱਖ ਦਿੰਦਾ ਸੀ ਜਾ ਕੇ। ਜੇ 4 ਲੱਖ ਦੀ ਆਮਦਨੀ ਹੈ ਤਾਂ ਉਤਨਾ ਹੀ ਦਸੌਂਦ ਜੋ ਹੁਕਮ ਹੈ ਉਹ ਵਜਾਉਂਦਾ ਰਿਹਾ ਗੁਰਮੁਖ। ਤੇ ਫਿਰ ਉਸਨੇ ਕਿਹਾ ਜਿੱਧਰ ਹੈ ਕੋਕਾ ਕੋਲਾ ਇੱਧਰ, ਉਹਨੂੰ ਪਤਾ ਲੱਗਿਆ ਵੀ ਏਜੰਸੀ ਲੈ ਆਈਏ ਜਾ ਕੇ। ਆ ਗਿਆ ਬਲੈਤ ਦੇ ਵਿੱਚ, ਕਿਸੇ ਨੇ ਨਹੀਂ ਪੁੱਛਿਆ ਉਸਨੂੰ, ਮੁੜ ਗਿਆ। ਰਾੜੇ ਸਾਹਿਬ ਪੁੱਜਿਆ, ਮਹਾਰਾਜ ਨੂੰ ਬੇਨਤੀ ਕਰੀ, ਮਹਾਰਾਜ ਇਸ ਤਰ੍ਹਾਂ ਮੈਂ ਗਿਆ ਸੀ, ਉਹ ਬਿਜ਼ਨਸ ਹੈ ਜੇ ਚੱਲ ਪਵੇ ਬਹੁਤ ਫਾਇਦਾ ਹੋਵੇਗਾ। ਤਾਂ ਫਿਰ ਮਹਾਰਾਜ ਕਹਿਣ ਲੱਗੇ ਅੱਛਾ ਇਹ ਗੱਲ ਹੈ। ਕਹਿੰਦਾ ਮੈਂ ਗਿਆ ਤਾਂ ਸੀ, ਮੈਨੂੰ ਮਿਲੀ ਨਹੀਂ ਉਹ ਗੱਲ। ਮਹਾਰਾਜ ਦੀ ਕਾਚਕਣ ਸੀ ਬੜਿਆਂ ਦੀ, ਜਾਂ ਅਫਰੀਕਾ 'ਚ ਗਏ ਨੇ। ਉਹ ਸੁਨਹਿਰੀ ਧਾਗਿਆਂ ਦੇ ਨਾਲ ਕੱਢੀ ਹੋਈ ਸੀ, ਜਿਹਨੂੰ ਖੀਨ ਖਾਬ, ਚਿੱਟੀ ਵੀ ਹੁੰਦੀ ਹੈ ਸੁਨਹਿਰੀ ਵੀ ਹੁੰਦੀ। ਤਾਂ ਫਿਰ ਮਹਾਰਾਜ ਕਹਿਣ ਲੱਗੇ ਬਾਬੂ ਨੂੰ ਆਚਕਣ ਲਿਆ ਸਾਡੀ, ਨਾਲੇ ਹਰੇ ਪਜਾਮਾ ਲਿਆ ਸਾਡਾ। ਮਹਾਰਾਜ ਜੀ ਕੱਢਵਾਂ ਜੋੜਾ ਪਾਉਂਦੇ ਹੁੰਦੇ ਸੀ ਨੋਕ ਵਾਲਾ, ਕਹਿੰਦੇ ਉਹ ਲਿਆ। ਮੋਹਨ ਸਿੰਘ ਨੂੰ ਕਹਿੰਦੇ ਲੈ ਭਾਈ ਆ ਤਾਂ ਲੈ ਲਾ ਆਚਕਣ, ਆ ਲੈ ਪਜਾਮਾ ਤੇ ਆ ਲੈ ਸਾਡਾ ਜੋੜਾ, ਜਾ ਬਲੈਕ ਨੂੰ ਚਲਿਆ ਜਾ। ਜਾ ਏਅਰਪੋਰਟ ਤੇ ਉਤਰਨਾ ਹੋਵੇਗਾ ਨਾ ਦਾੜਾ ਖੋਲਦੀ। 7 ਵਚਨ ਜੀ ਹੁਕਮ ਮੰਨ ਲਿਆ। ਜਦ ਇੱਥੇ ਆ ਕੇ ਏਅਰਪੋਰਟ ਤੇ ਉਤਰਿਆ ਬਲੈਤ, ਜਦ ਇਹਨਾਂ ਅੰਗਰੇਜ਼ਾਂ ਨੇ ਉਸ ਦੀ ਡਰੈਸ ਦੇਖੀ, ਭੱਜ ਕੇ ਉਹਦੇ ਕੋਲ ਚਲੇ ਗਏ। ਉਹ ਹੱਥ ਲਾ ਕੇ ਦੇਖਦੇ ਨੇ, ਆਹ ਤੂੰ ਕਿੱਥੋਂ ਲਿਆਇਆ, ਆਹ ਵਸਤੂ ਤਾਂ ਕਿੱਥੋਂ ਪੈਦਾ ਕਰੀ ਹੈ, ਇਹੋ ਜਿਹਾ ਲਿਬਾਸ ਹੀ ਨਹੀਂ ਦੇਖਿਆ ਇਹਨਾਂ ਨੇ। ਉਹਨੇ ਦੱਸਤਾ ਅੰਗਰੇਜ਼ੀ ਦੇ ਵਿੱਚ ਇਹ ਤਾਂ ਵੀ ਸਾਡੇ ਗੁਰੂ ਦੀ ਚੀਜ਼ ਹੈ, ਗੁਰੂ ਨੂੰ ਇਹ ਵੀ ਮੰਨਦੇ ਨੇ। ਕਹਿਣ ਲੱਗੇ ਤੂੰ ਆਇਆ ਕਾਹਦੇ ਵਾਸਤੇ ਇੱਥੇ? ਕਹਿੰਦਾ ਮੈਂ ਏਜੰਸੀ ਲੈਣੀ ਆ ਕੋਕੇ ਕੋਲੇ ਦੀ। ਹੋਟਲ 'ਚ ਲੈ ਗਏ, ਏਜੰਸੀ ਦੇਤੀ, ਗੁਰਮੁਖੋ ਚਲਿਆ ਗਿਆ ਇੰਡੀਆ ਦੇ ਵਿੱਚ। ਛੋਟੀ ਜਿਹੀ ਮਸ਼ੀਨ ਇੱਧਰੋਂ ਗਈ ਕੋਕਾ ਕੋਲਾ ਬਣਾਉਣ ਵਾਲੀ, ਤੇ ਮੋਹਨ ਸੀਗਾ ਮਹਾਰਾਜ ਜੀ ਦਾ ਰੱਖਿਆ ਹੋਇਆ ਸਿੰਘਾਂ ਸਮੇਤ। ਤਾਂ ਫਿਰ ਮੋਹਨ ਖੁੱਲ੍ਹਣ ਤੋਂ ਇਹ ਪਹੁੰਚਿਆ, ਇਹਨੇ ਬੇਨਤੀ ਕਰੀ ਮਹਾਰਾਜ ਚਲੋ ਨਾ ਪਾਠ ਕਰੋ, ਉਹ ਮਸ਼ੀਨ ਚਾਲੂ ਕਰੋ ਚੱਲ ਕੇ। ਮਹਾਰਾਜ ਜੀ ਆ ਗਏ ਜਥੇ ਸਮੇਤ, ਲਾਰੀ ਦੇ ਵਿੱਚ 17 ਸਿੰਘ ਸੀ ਅਸੀਂ। ਪਹਿਲਾਂ ਤਾਂ ਪਾਠ ਕਰਿਆ, ਫਿਰ ਮਹਾਰਾਜ ਜੀ ਨੇ ਸੁੱਚ ਦੱਬ ਕੇ ਉਹ ਚਲਾਤੀਆਂ ਬੋਤਲਾਂ ਆਪੇ ਹੀ ਫਿਰਦੀਆਂ ਨੇ। ਆਹ ਦਸੌਂਦ ਕੱਢਦਾ ਰਿਹਾ ਗੁਰਮੁਖੋ, ਵਧਣਾ ਸ਼ੁਰੂ ਹੋ ਗਿਆ। ਦੇਖ ਲਓ ਸੇਵਾ ਦਾ ਫਲ। ਉਸਨੇ ਗੁਰੂ ਨੂੰ ਨਹੀਂ ਭੁਲਾਇਆ, ਮਹਾਂਪੁਰਸ਼ਾਂ ਨੂੰ ਭੁਲਾਇਆ ਨਹੀਂ ਹੈ। ਜਦ ਫਿਰ ਮਹਾਰਾਜ ਜੀ ਆਉਂਦੇ ਦੀਵਾਨ ਕਰਦੇ ਹੁੰਦੇ ਸਨ ਅਲੱਗ-ਅਲੱਗ ਇਲਾਕਿਆਂ ਦੇ ਵਿੱਚ। ਇਹ ਮਿਊਨਿਸਪੈਲਿਟੀ ਦਾ ਅਫਸਰ ਸੀ ਮੋਹਨ ਸਿਉਤੀ ਜਿਹੜਾ। ਤਾਂ ਫਿਰ ਉੱਥੇ ਜਾਂਦੇ ਵੀ ਨਾਲ ਜਾਂਦਾ ਮਹਾਰਾਜ ਜੀ ਦੇ। ਤੇ ਬਾਅਦ ਦੇ ਫਿਰ ਉਪਮਾ ਕਰਦੇ ਹੁੰਦੇ ਨੇ। ਉਹ ਲੋਕਾਂ ਨੇ ਕਹਿਣਾ ਸਰਦਾਰ ਜੀ ਤੁਸੀਂ ਸੁਣਾਓ ਕੁਛ। ਮੋਹਨ ਸੇ ਉੱਠ ਕੇ ਖੜ ਜਾਂਦਾ, ਅੱਖਾਂ 'ਚੋਂ ਤਰਪ ਤਰਪ ਇੰਜੂ ਡਿੱਗਣੇ ਸ਼ੁਰੂ ਹੋ ਜਾਂਦੇ ਸਨ। ਕੀ ਕਹਿੰਦਾ ਹੁੰਦਾ ਸੀ? ਕਹਿੰਦਾ ਸਾਧ ਸੰਗਤ ਜੀ ਮੈਂ ਤਾਂ ਗਰੀਬ ਆਦਮੀ ਸਾਂ, ਇਹ ਜਿਹੜੀਆਂ ਮੈਨੂੰ ਵਡਿਆਈਆਂ ਮਿਲੀਆਂ ਨੇ ਇਹ ਤਾਂ ਇਹ ਮਹਾਂਪੁਰਸ਼ਾਂ ਦੀ ਕਿਰਪਾ ਨਾ ਹੋਈਆਂ। ਸੇਵਾ ਦਾ ਫਲ ਕਰੋ। ਆਪ ਦੇਖ ਲਓ, ਪਤਾ ਨਹੀਂ ਲੱਗਦਾ ਕਿੱਧਰ ਨੂੰ ਮਾਇਆ ਕਰੋੜਾਂ ਅਰਬਾਂ ਦੇ ਹੋਟਲ ਬਣੇ ਹੋਏ ਨੇ। ਇਹ ਸਭ ਗੁਰੂ ਨੂੰ ਯਾਦ ਰੱਖਣ ਦਾ ਫਲ ਹੈ। ਗੁਰੂ ਆਓ ਸੰਗੋ। ਅਮਰਦਾਸ ਮਹਾਰਾਜ ਕਹਿੰਦੇ ਵੀ ਤੂੰ ਕੀ ਭਾਵਨਾ ਰੱਖ ਕੇ ਸੇਵਾ ਕਰਦਾ?
ਕਹਿੰਦਾ ਜੀ ਮੈਂ ਗਰੀਬ ਹਾਂ। ਫਿਰ ਕੀ ਚਾਹੁੰਦਾ? ਬਸ ਚੰਗੀ ਰੋਟੀ ਮਿਲ ਜਾਵੇ, ਇਹੀ ਚਾਹੁੰਦਾ ਮੈਂ। ਕਹਿੰਦੇ ਉਹ ਕਰ, ਫਿਰ ਦਿੱਲੀ ਚਲਿਆ ਜਾ। ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਨੂੰ ਨਾ ਭੁਲਾ ਦੀ ਕਿਤੇ, ਜਾਂ ਤੇਰੀ ਹੁੰਡੀ ਚੱਲਣ ਲੱਗ ਜਾਏਗੀ ਉੱਥੇ। ਬਚਨ ਕਰਤਾ ਗੁਰੂ, ਗੁਰੂ ਦਾ ਜਾਂ ਮਹਾਂਪੁਰਸ਼ਾਂ ਦਾ ਬਚਨ ਕਰਿਆ ਹਾਂ ਨਹੀਂ ਮੁੜੇਗਾ, ਉਹਦੀ ਹੁੰਡੀ ਚੱਲਣੀ ਸ਼ੁਰੂ ਹੋ ਜਾਏਗੀ। ਪੜੋ ਪ੍ਰੇਮ ਨਾਲ। ਬਿਰਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ, ਬਿਰਥੇ ਨਾ ਜਾਂਦੇ ਸੰਤਾਂ ਦੇ ਬੋਲ ਬੋਲੇ, ਬਿਰਥੇ ਨਾ ਜਾਂਦੇ ਸੰਤਾਂ ਦੇ ਬੋਲ ਬੋਲੇ, ਬਚਨ ਕਰਤਾ ਭਾਈ ਦਿੱਲੀ ਚਲਿਆ ਜਾ, ਤੇਰੀ ਹੁੰਡੀ ਚੱਲਣੀ ਸ਼ੁਰੂ ਹੋ ਜਾਵੇਗੀ। ਗੁਰੂ ਦਾ ਬਚਨ ਗੁਰਮੁਖੋ ਦਿੱਲੀ ਚਲਿਆ ਗਿਆ, ਹੁੰਡੀ ਚੱਲਣੀ ਸ਼ੁਰੂ ਹੋ ਗਈ, ਪਦਾਰਥ ਆਉਣੇ ਸ਼ੁਰੂ ਹੋ ਗਏ। ਪਹਿਲਾਂ ਤਾਂ ਨੌ ਤੀ ਨਾ ਛੰਗੋ, ਜਦ ਮਾਇਆ ਆ ਗਈ ਫਿਰ ਛੰਗੋ ਸ਼ਾਹ ਬਣ ਗਿਆ। ਮਾਇਆ ਨੇ ਸ਼ਾਹ ਲਾਤਾ ਨਾਲ ਗੁਰੂ ਕੋ। ਹੁਣ ਵਸਤੂ ਕਿਹਨੇ ਦਿੱਤੀ ਤੀ? ਉਸ ਨੂੰ ਵਸਤੂ ਦਿੱਤੀ ਤੀ ਗੁਰੂ ਨੇ। ਜਿਹੜਾ ਗੁਰੂ ਦੀ ਵਸਤੂ ਦਿੱਤੀ ਹੋਈ ਗੁਰੂ ਨੂੰ ਭੁੱਲ ਜਾਵੇ, ਉਹਦਾ ਦਰਜਾ ਕਿਹਨਾਂ ਦੇ ਵਿੱਚ ਹੈ? ਦਾਤ ਪਿਆਰੀ ਵਿਸਰਿਆ ਦਾਤਾਰਾ। ਆਓ ਕਹਿੰਦੇ ਉਹ ਮਨਮੁਖਾਂ ਦੇ ਵਿੱਚ ਗਿਣਿਆ। ਪੜੋ ਪ੍ਰੇਮ। ਮਨਮੁਖਾਂ ਨੇ ਵਿਸਾਰ ਦਿੱਤਾ,
ਪਦਾਰਥ ਨੇ ਅਮੀਰੀ, ਗਰੀਬੀ, ਬਾਦਸ਼ਾਹੀ ਸਭ ਪਰਮੇਸ਼ਰ ਦੇ ਨੇ ਗੁਰੂ। ਜੇ ਤਾਂ ਇਹ ਪਰਮੇਸ਼ਰ ਦੇ ਸਮਝਦਾ ਤਾਂ ਇਹ ਗੁਰਮੁਖ ਹੈ। ਜੇ ਨੇ ਪੜਤ ਧਾਰਨ ਕਰ ਲਈ ਵੀ ਮੇਰੇ ਨੇ ਤਾਂ ਫਿਰ ਇਹ ਮਨਮੁਖ ਹੈ। ਪਦਾਰਥ ਤਾਂ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਦਿੱਤੇ ਸੰਗੋ ਨੂੰ। ਜਦੋਂ ਸੇਠ ਬਣ ਗਿਆ ਤਾਂ ਫਿਰ ਅਮਰਦਾਸ ਮਹਾਰਾਜ ਨੂੰ ਭੁੱਲ ਗਿਆ ਗੁਰੂ। ਆਓ ਦਾਤ ਪਿਆਰੀ ਦਿੱਤੀ ਸੀ ਗੁਰੂ ਨੇ, ਪਿਆਰ ਪਾ ਲਿਆ ਆਪਣਾ ਵੀ ਮੈਂ ਪੈਦਾ ਕਰੀ। ਆਓ ਇਸ ਤਰ੍ਹਾਂ ਦੇ ਨਾਲ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਇੱਕ ਗਰੀਬ ਸਿੱਖ ਆਇਆ। ਗਰੀਬ ਨਵਾਜ, ਮੇਰੀ ਲੜਕੀ ਜਵਾਨ ਹੋ ਗਈ, ਮੈਂ ਘਰੋਂ ਠਾਲ ਲਿਆ, ਕਿਰਪਾ ਕਰੋ ਮੈਨੂੰ ਇਤਨੇ ਕੁ ਰੁਪਈਏ ਮਿਲ ਜਾਣ। ਅਮਰਦਾਸ ਮਹਾਰਾਜ ਕਹਿਣ ਲੱਗੇ ਵੀ ਸਿੱਖਾ ਜਾ ਦਿੱਲੀ ਚਲਿਆ ਜਾ, ਸ਼ੰਗੋ ਸ਼ਾਹ ਹੈ ਕੋਈ, ਗੁਰੂ ਨਾਨਕ ਦੇਵ ਮਹਾਰਾਜ ਦਾ ਖਜ਼ਾਨਾ ਉਹਦੇ ਕੋਲ। ਜਾਂ ਤੂੰ ਕਹਿ ਦੀ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਖਜ਼ਾਨੇ ਚੋਂ ਮੈਨੂੰ ਇੰਨੇ ਪੈਸੇ ਦੇ ਦੇ। ਚਲਿਆ ਗਿਆ ਵਿਚਾਰਾ, ਹੌਲੀ ਹੌਲੀ ਤੁਰ ਕੇ ਹੀ ਜਾਂਦੇ ਸੀ। ਜਦ ਪੁੱਛਦਾ ਪਛਾਉਂਦਾ ਚਲਿਆ ਗਿਆ। ਬੜੀਆਂ ਇਮਾਰਤਾਂ ਬਣੀਆਂ ਹੋਈਆਂ ਨੇ, ਕਲਰਕਾਂ ਦੀਆਂ ਲਾਈਨਾਂ ਲੱਗੀਆਂ ਬੈਠੀਆਂ ਨੇ, ਕਿਧਰੇ ਆ ਕੇ ਪੇਟੀਆਂ ਭਰਦੀਆਂ ਨੇ ਮਾਇਆ ਦੀਆਂ, ਕਿਧਰੇ ਬੇਟੀਆਂ ਹੋ ਕੇ ਤੁਰ ਰਹੀਆਂ ਨੇ ਬਾਹਰਲੇ ਹੋਰ ਮੁਲਕਾਂ ਨੂੰ। ਸਿੱਖ ਜਾ ਕੇ ਕਹਿੰਦਾ ਸ਼ੰਗੋ ਸ਼ਾਹ ਤੁਹਾਡਾ ਹੀ ਨਾਂ ਹੈ? ਕਹਿੰਦਾ ਹਾਂ ਮਹੀਂ ਹੈ ਸ਼ੰਗੋ ਸ਼ਾਹ। ਕਹਿੰਦਾ ਮੈਨੂੰ ਅਮਰਦਾਸ ਮਹਾਰਾਜ ਜੀ ਨੇ ਘੱਲਿਆ ਗੋਇੰਦਵਾਲ ਸਾਹਿਬ ਤੋਂ, ਮੈਂ ਲੜਕੀ ਦੀ ਸ਼ਾਦੀ ਕਰਨੀ ਹੈ। ਉਹਨਾਂ ਨੇ ਕਿਹਾ ਵੀ ਸ਼ੰਗੋ ਸ਼ਾਹ ਕੋ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਖਜ਼ਾਨਾ ਜਾਂ ਉੱਥੋਂ ਪੈਸੇ ਲਿਆ, ਕਿਰਪਾ ਕਰੋ ਮੈਨੂੰ ਇਤਨੇ ਰੁਪਈਏ ਦੇ ਦਿਓ। ਉਹ ਕਹਿਣ ਲੱਗਾ ਸ਼ੰਗੋ ਸ਼ਾਹ ਕਲਰਕਾਂ ਨੂੰ, ਜਿਹੜੇ ਕੋਲ ਬੈਠੇ ਸੀ ਮੈਨੇਜਰ ਮਨੂਜਰ ਹੁੰਦੇ ਨੇ ਜਿਹੜੇ, ਬਈ ਦੇਖੋ ਤਾਂ ਕਿਤੇ ਬਈਆਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਦਾ ਖਾਤਾ ਹੈਗਾ? ਉਹ ਭਲਿਆ ਲੋਕਾ ਖਾਤਾ ਤਾਂ ਤੂੰ ਹੀ ਹੈ, ਖਾਤਾ ਤਾਂ ਤੂੰ ਹੈ, ਗੱਲਾਂ ਹੋਰ ਕਰਦਾ, ਭੁਲਾ ਤਾਂ ਮਾਇਆ ਨੇ ਗੁਰੂ। ਕਲਰਕ ਕਹਿੰਦੇ ਉਹ ਜਿਹੜਾ ਮੈਨੇਜਰ ਸੀ ਫਿਰਿਆ ਸਾਰਿਆਂ ਕਲਰਕਾਂ ਕੋ, ਬਈਆਂ ਖੋਲੀਆਂ, ਕਹਿੰਦੇ ਜੀ ਗੁਰੂ ਨਾਨਕ ਦੇਵ ਮਹਾਰਾਜ ਦਾ ਇੱਥੇ ਖਾਤਾ ਕੋਈ ਨਹੀਂ, ਤੁਹਾਡਾ ਖਾਤਾ ਹੈ। ਸ਼ੰਗੋ ਸਾਹਿਬ ਬੋਲਿਆ ਹੰਕਾਰੀ, ਕਹਿੰਦਾ ਗੁਰਸਿੱਖਾ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਦਾ ਖਾਤਾ ਕੋਈ ਨਹੀਂ ਹੈ। ਅਰਦਾਸ ਹੋ ਗਿਆ ਜੀ, ਆ ਗਿਆ ਚਰਨਾਂ ਤੇ ਨਮਸਕਾਰ ਕਰੀ, ਕਹਿੰਦਾ ਮਹਾਰਾਜ ਜੀ ਏਡੀ ਦੂਰ ਵੀ ਗਿਆ, ਤੁਸੀਂ ਮੈਨੂੰ ਇੱਥੋਂ ਹੀ ਜਵਾਬ ਦੇ ਦਿੰਦੇ, ਮੈਂ ਹੋਰ ਕੋਈ ਕੁਛ ਕਰਦਾ। ਕਹਿੰਦੇ ਕੀ ਕਹਿੰਦਾ ਸੀ ਉਹ ਤੁਹਾਨੂੰ? ਕਹਿੰਦਾ ਜੋ ਆਪ ਨੇ ਹੁਕਮ ਕਰਿਆ ਮੈਂ ਉਹੀ ਜਾ ਕੇ ਕਿਹਾ। ਉਹ ਕਹਿੰਦਾ ਕਲਰਕਾਂ ਨੂੰ, ਕਹਿੰਦਾ ਦੇਖੋ ਤਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਖਾਤਾ ਹੈ ਕਿਤੇ? ਉਹਨਾਂ ਨੇ ਸਾਰਿਆਂ ਨੇ ਫੋਨ ਕੇ ਕਹਿਤਾ ਵੀ ਖਾਤਾ ਤਾਂ ਸੰਗੋ ਸਾਰਾ ਤੁਹਾਡਾ ਸੇਠ ਜੀ, ਗੁਰੂ ਨਾਨਕ ਦੇਵ ਮਹਾਰਾਜ ਦਾ ਕੋਈ ਖਾਤਾ ਨਹੀਂ। ਕਹਿੰਦੇ ਭਾਈ ਇੱਥੇ ਨਹੀਂ ਆ ਗੁਰੂ ਨਾਨਕ ਦੇਵ ਮਹਾਰਾਜ ਦਾ ਖਾਤਾ, ਦਾ ਦੇਖੋ ਭੁੱਲ ਗਿਆ। ਮਾਇਆ ਭੁਲਾ ਦਿੰਦੀ ਆ ਗੁਰੂ। ਅਮਰਦਾਸ ਮਹਾਰਾਜ ਕਹਿੰਦੇ ਹੈ ਨਹੀਂ ਖਾਤਾ? ਕਹਿੰਦਾ ਜੀ ਹੈ ਨਹੀਂ। ਚੰਗਾ ਫਿਰ ਜੇ ਹੈ ਨਹੀਂ ਤਾਂ ਹੈ ਹੀ ਨਹੀਂ ਗਏ। ਬਚਨ ਕਰਤਾ ਗੁਰੂ ਖੋ, ਦਿਨਾਂ ਦੇ ਵਿੱਚ ਕੰਗਾਲ ਹੋ ਗਿਆ, ਸਾਰੀਆਂ ਇਮਾਰਤਾਂ ਵਿਕ ਗਈਆਂ ਗੁਰੂ। ਇਹ ਤਾਂ ਅਸੀਂ ਆਪਣੇ ਅੱਖਾਂ ਦੇ ਨਾਲ ਹੱਡ ਬੀਤੀਆਂ ਵੀ ਦੇਖੀਆਂ ਨੇ ਮਹਾਂਪੁਰਸ਼ਾਂ ਦੀਆਂ। ਆਓ ਸਾਡੇ ਰਾੜੇ ਦੇ ਲਵੇ ਇੱਕ ਮਜਾਰਾ ਪਿੰਡ ਹੈ, ਜੇ ਕੋਈ ਇੱਥੇ ਕੋਈ ਰੰਪਰ ਦਾ ਹੋਊਗਾ ਉਹ ਜਾਣਦਾ ਮਜਾਰੇ ਨੇ। ਉੱਥੇ ਦੇ ਰਾਮਗੜੀਏ ਸਨ
ਜਿਨ੍ਹਾਂ ਨੂੰ ਮਿਸਤਰੀ ਕਹਿੰਦੇ ਨੇ। ਖੈਰ ਉਹ ਗਰੀਬ ਸਨ ਵਿਚਾਰੇ ਬਹੁਤ। ਉਹਨਾਂ ਦੇ ਮਾਤਾ ਪਿਤਾ ਟੱਕੀ ਚੁੰਦੇ ਸਨ ਮਹਾਰਾਜ ਜੀ। ਇਸ ਤਰ੍ਹਾਂ ਦੇ ਨਾਲ ਸੇਵਾ ਕਰਦੇ ਹੁੰਦੇ ਸਨ। ਖੈਰ ਮਹਾਰਾਜ ਜੀ ਨੂੰ ਫਿਰ ਉਹ ਮਸ਼ੀਨਾਂ ਸਵਾਉਣ ਲੱਗ ਗਏ। ਉਹਨਾਂ ਦੇ ਜਿਹੜੇ ਲੜਕੇ ਸੀ ਜਦ ਹੁਸ਼ਿਆਰ ਹੋ ਗਏ, ਆਹ ਲੀੜੇ ਸਿਉਣ ਵਾਲੀਆਂ, ਮਹਾਰਾਜ ਜੀ ਦੇ ਚਰਨ ਪੈਣ ਲੱਗ ਗਏ। ਗੁਰੂ ਇੱਥੇ ਤਾਂ ਇਹ ਕੰਮ ਵੱਧ ਗਿਆ, 700 ਆਦਮੀ ਕੰਮ ਕਰਨ ਲੱਗ ਗਿਆ। 700 ਬੜੇ ਬੜੇ ਬਾਇਲਰ ਉੱਥੇ ਚੱਲਦੇ ਸਨ। ਬੜੇ ਬੜੇ ਅੰਗਰੇਜ਼ ਇਨਾਮ ਦਿੰਦੇ ਸੀ ਉਹਨਾਂ ਨੂੰ ਜਾ ਕੇ। ਹਰੇਕ ਸਾਲ ਪਾਠ ਕਰਾਉਂਦੇ ਸਨ, ਦੀਵਾਨ ਕਰਾਉਂਦੇ ਹੁੰਦੇ ਸਨ। ਜਦ ਮਹਾਰਾਜ ਜੀ ਘੋੜੇ 'ਤੇ ਜਾਂਦੇ ਹੁੰਦੇ ਸਨ, ਘੋੜੀਆਂ 'ਤੇ, ਤਾਂ ਫਿਰ ਉਹ ਮੁੰਡਾ ਉੱਠਿਆ ਇੱਕ ਉਹਨਾਂ ਦਾ, ਕਰਤਾਰ ਸਿੰਘ ਦਾ ਬੜਾ, ਤਾਂ ਉਸ ਦੀ ਮੱਤ ਮਾਰੀ ਗਈ ਮਾਇਆ ਨੂੰ ਦੇਖ ਕੇ। ਜਿੱਥੇ ਭਜਨ ਪਾਠ ਕਰਾਉਂਦਾ ਸੀ ਜਲਸਾ ਲੱਗਣਾ ਸ਼ੁਰੂ ਹੋ ਗਿਆ। ਜਲਸਾ, ਮਹਾਰਾਜ ਜੀ ਜਾਣੋ ਹਟ ਗਏ ਗੁਰਮੁਖ। ਬਸ ਦੇਖ ਲਓ ਦਿਨਾਂ ਦੇ ਵਿੱਚ ਹੀ ਖਬਰ ਨਹੀਂ ਕੀ ਹੋ ਗਿਆ। ਸਾਰਾ ਕਾਰਖਾਨਾ ਜੋ ਕੁਛ ਵੀ ਸਾਰਾ ਖੇਰੂ ਖੇਰੂ ਹੋ ਗਿਆ ਗੁਰਮੁਖੋ। ਕੋਈ ਮਸ਼ੀਨਾਂ ਜਾਂ ਚੱਕੀ ਹਾਪੜ ਫਿਰਦਾ, ਕੋਈ ਦਿੱਲੀ ਚੱਕੀ ਫਿਰਦਾ। ਉਹ ਜਿੱਥੇ ਦੀਵਾਨ ਲੱਗਦੇ ਸਨ ਉਹ ਖੋਲਾ ਉੱਥੇ ਧਤੂਰੇ ਖੜੇ ਨੇ। ਦੇਖ ਲਓ ਪੜੋ ਪਰੇ ਉਹਨਾਂ ਨੂੰ ਜਿਹੜਾ ਗੁਰੂ ਨੂੰ ਭੁੱਲਦਾ। ਤੂੰ ਤਾਂ ਰਾਜਿਆਂ ਤੋਂ ਭੀਖ
ਜਦ ਇਨਸਾਨ ਹੰਕਾਰ ਕਰਦਾ ਆਪਣਾ ਮਨ ਦਾ ਸਭ ਕੁਛ, ਜਿਹੜੇ ਗੁਰਮੁਖ ਨੇ ਚਾਹੇ ਗਰੀਬੀ ਅਮੀਰੀ ਰਾਜ ਭਾਗ ਹੈ, ਸਭ ਪਰਮੇਸ਼ਰ ਦਾ ਸਮਝਦੇ ਨੇ ਗੁਰੂ। ਲਓ ਸੰਗੋ ਸਾਨੂੰ ਰੋਟੀ ਮਿਲਣੀ ਔਖੀ ਹੋ ਗਈ ਦਿੱਲੀ ਦੇ ਵਿੱਚ। ਉਹ ਮਜ਼ਾਰੇ ਦੇ ਵਿੱਚ ਉਹਨਾਂ ਨੂੰ ਰੋਟੀ ਮਿਲਣੀ ਔਖੀ ਹੋ ਗਈ, ਛੱਡ ਗਏ ਮਜ਼ਾਰੇ ਨੂੰ। ਕੋਈ ਕਿਤੇ ਰੁਲਦਾ ਫਿਰਦਾ, ਕੋਈ ਕਿਤੇ ਰੁਲਦਾ ਫਿਰਦਾ ਗੁਰੂ। ਸੰਗੋ ਸ਼ਾਹ ਉੱਥੋਂ ਦਿੱਲੀੋਂ ਤੁਰਿਆ, ਗੋਇੰਦਵਾਲ ਸਾਹਿਬ ਆ ਗਿਆ ਤੇ ਆ ਕੇ ਉੱਥੇ ਸੇਵਾ ਹੋ ਰਹੀ ਸੀ। ਦਸਾਲੇ 'ਚ ਮਿੱਟੀ ਪਾ ਪਾ ਕੇ ਢੋਣੀ ਸ਼ੁਰੂ ਕਰਤੀ। ਗੁਰੂ ਕਿਤੇ ਭੁੱਲਿਆ ਹੁੰਦਾ ਗੁਰਮੁਖੋ, ਗੁਰੂ ਤਾਂ ਸਰਵਾਗੂ ਹੈ, ਸਭ ਕੁਛ ਜਾਣਦਾ। ਜੇ ਗੁਰੂ ਨਾ ਜਾਣਦਾ ਹੋਵੇ ਤਾਂ ਫਿਰ ਸਿੱਖ ਦੀ ਸਹਾਇਤਾ ਕਿਵੇਂ ਹੋਵੇ? ਹੁਣ ਉਹ ਵਿਚਾਰਾ ਸ਼ਰਮਿੰਦਾ ਹੋਇਆ, ਸਾਹਮਣੇ ਨਹੀਂ ਹੁੰਦਾ ਹੈ, ਸੇਵਾ ਜ਼ਰੂਰ ਕਰਦਾ। ਅਮਰਦਾਸ ਮਹਾਰਾਜ ਜੀ ਇਹ ਕਹਿਣ ਲੱਗੇ, ਤੂੰ ਸੰਗੋ ਹੈ? ਕਹਿੰਦਾ ਜੀ ਹਾਂ, ਤਾਂ ਸੰਗੋ ਹੀ ਆ। ਕਹਿੰਦੇ ਫੇਰ? ਕਹਿੰਦਾ ਮਹਾਰਾਜ ਜੀ ਵਿੱਚ ਤਾਂ ਗਲਤੀ ਹੋ ਗਈ। ਕਹਿੰਦੇ ਤਾਂ ਜਿਹਨੇ ਵਸਤੂ ਦਿੱਤੀ ਦੀ ਉਸ ਨੂੰ ਭੁਲਾਤਾ, ਵਸਤੂ ਤਾਂ ਤੇਰੀ ਜਿਉਂ ਕੀ ਤਿਉਂ ਰਹਿਣੀ ਸੀ। ਤੈਂ ਦਾਤੇ ਨੂੰ ਭੁਲਾਤਾ, ਦਾਤਾਂ ਨਾਲ ਪਿਆਰ ਪਾ ਲਿਆ, ਤੇਰੀ ਹਾਲਤ ਤਾਂ ਹੋਈ ਹੈ। ਜਾ ਹੁਣ ਚਲਿਆ ਜਾ, ਦਾਤੇ ਨੂੰ ਨਾ ਭੁੱਲ ਜੀ ਕਿਤੇ। ਜੋ ਪਦਾਰਥਾ ਸਾਰਾ ਪਰਮੇਸ਼ਰ ਦਾ ਸਮਝੀ। ਜਾਂ ਇਸ ਤਰ੍ਹਾਂ ਦੇ ਨਾਲ ਦੱਸਿਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗਾ ਕਰਨੀ ਕੀਰਤ ਵਾਚਿਆ, ਵੈ ਲੇਖਾ ਕਰ ਸਮਝਾਇਆ। ਚਾਹੇ ਗਰੀਬ ਹੈ ਅਮੀਰ ਹੈ, ਰਾਜਾ ਰਾਣਾ, ਜੋ ਕਰਦਾ ਸਰੀਰ ਦੇ ਸੰਬੰਧ ਕਰਕੇ ਤਾਂ ਹਿਸਾਬ ਕਿਤਾਬ ਲਿਆ ਜਾਵੇਗਾ ਧਰਮਰਾਜ ਦੀ ਕਚਹਿਰੀ ਦੇ ਵਿੱਚ। ਤਾਂ ਫਿਰ ਇਹ ਸੰਗਲਾਂ ਨਾਲ ਲੂੜ ਕੇ ਉਸ ਨੂੰ ਅਮੀਰ ਨੂੰ ਲੈ ਗਏ, ਚਾਹੇ ਬਾਦਸ਼ਾਹ ਕਹਿ ਲਓ। ਤਾਂ ਫਿਰ ਅੱਗਾ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ। ਜੋ ਕੁਛ ਕਰੇ ਨੇ ਪਾਪ, ਇੱਥੇ ਧੱਕਾ ਕਰਿਆ ਗਰੀਬਾਂ ਤੇ। ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਉਹ ਸਾਰਾ ਪੜ੍ਹ ਕੇ ਫਿਰ ਉਸ ਨੂੰ ਆਰਡਰ ਸੁਣਾਇਆ ਵੀ ਇਤਨੇ ਨਰਕਾਂ ਦੇ ਵਿੱਚ ਕਲਪਾਂ ਹੀ ਫਿਰੇਗਾ ਤੂੰ। ਕੁੰਭੀ ਨਰਕ ਹੈ ਕਿ ਕੁੰਭੀ ਨਰਕ ਹੈ ਤਾਂ 84 ਨਰਕ ਨੇ ਸਾਰੇ, 18 ਬੜੇ ਬੜੇ ਨੇ, 18। ਜਿਵੇਂ ਸਭ 3.5 ਕਰੋੜ ਤੀਰਥ ਹੈ, ਪਰ 68 ਤੀਰਥ ਮੁੱਖ ਮੰਨੇ ਹੋਏ ਨੇ। ਗੁਰਬਾਣੀ ਦੇ ਵਿੱਚ ਵੀ ਲਿਖਿਆ 68 ਤੀਰਥ ਜੇ ਸਾਧ ਪੱਗ ਧਰੇ। ਗੁਰੂ ਸਾਹਿਬ ਜੀ ਕਹਿੰਦੇ
ਜਿੱਥੇ ਇੱਕ ਬ੍ਰਹਮ ਗਿਆਨੀ ਗੁਰਸਿੱਖ ਜਾਂ ਕਿਸੇ ਮਤ ਦਾ ਆਰਫ ਜਾਂ ਮਹਾਤਮਾ ਸਾਧੂ ਕਹਿੰਦੇ ਇੱਕ ਪੈਰ ਧਰ ਦੇਵੇ ਨਾ, ਪੈਰ ਧਰਤੀ 'ਤੇ 68 ਤੀਰਥ ਉੱਥੇ ਨਿਵਾਸ ਕਰਦੇ ਨੇ ਆ ਕੇ। ਇਤਨੀ ਤਾਕਤ ਆ ਉਹ ਸਾਧੂ ਦੇ ਵਿੱਚ ਔਰ ਸਿੱਖ ਦੇ। ਪੜੋ ਪ੍ਰੇਮ ਨਾਲੇ ਦੱਸਿਆ, ਜਿੱਥੇ ਸਾਧੂ ਜੀ ਪੈਰ ਧਰੇ, ਜਿੱਥੇ ਸਾਧੂ ਕਰਨੀ ਕੀਰਤ ਵਾਚੀਆ ਮੈਂ ਲੇਖਾ ਕਰ ਸਮਝਾਇਆ। ਥਾਂ ਨਾ ਹੋਵੀ ਪਾਉਂਦੀ, ਕਰੰਸੀ ਤਾਂ ਹੈ ਨਹੀਂ ਕੋਲ, ਉੱਥੇ ਥਾਂ ਕਿਵੇਂ ਮਿਲੇਗਾ ਬੈਠਣ ਨੂੰ? ਨਹੀਂ ਮਿਲੇਗਾ। ਥਾਂ ਨਾ ਹੋਵੀ ਪਾਉਂਦੀ, ਹੁਣ ਸੁਣੀਏ ਕਿਆ ਰੁਆਇਆ। ਜੇ ਰੋਵੇ ਉੱਥੇ ਕਿਸੇ ਨੇ ਨਹੀਂ ਸੁਣਨਾ ਤੇਰਾ ਰੋਣਾ। ਆਪ ਰੋ ਇੱਥੇ ਰੋਇਆ ਹੋਇਆ ਰੱਬ ਸੁਣ ਲਵੇਗਾ ਤੇਰਾ। ਕਬੀਰ ਸਾਹਿਬ ਜੀ ਨੇ ਲਿਖਿਆ, ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਣੇ ਕਦੇ ਕਿ ਸੁਣੇ ਪੁਕਾਰ। ਕੂਕੀ ਜਾ ਕਹਿੰਦੇ ਨੇ ਰਾਤ ਪਰਮੇਸ਼ਰ ਦੀ ਬੰਦਗੀ ਕਰ, ਕਦੇ ਟਾਈਮ ਆ ਜਾਵੇਗਾ ਤੇਰਾ ਉਹ ਸੁਣ ਲਵੇਗਾ। ਉੱਥੇ ਨਹੀਂ ਕਿਸੇ ਨੇ ਸੁਣਨਾ, ਬਸ ਉੱਥੇ ਦਾ ਜੋ ਕੀਤਾ ਆ ਉਸ ਦਾ ਫਲ ਮਿਲੇਗਾ। ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਆ ਅੰਨਿਆ ਮਨ ਤੈਨੂੰ ਮਨੁੱਖਾਂ ਦੇ ਮਿਲੀ ਤੀ ਪਰਮੇਸ਼ਰ ਨੂੰ ਮਿਲਣ ਵਾਸਤੇ। ਤੂੰ ਤਾਂ ਵਡਿਆਈਆਂ ਦੇ ਵਿੱਚ ਫਸ ਕੇ ਸਾਰੀ ਉਮਰ ਧੰਦਿਆਂ ਦੇ ਵਿੱਚ ਗਵਾ ਦਿੱਤੀ। ਹੁਣ ਤੂੰ ਨਰਕਾਂ ਦਾ ਅਧਿਕਾਰੀ, ਨਰਕਾਂ ਨੂੰ ਤੋਰਤਾ। ਨੂੰ ਬੜੋ ਪ੍ਰੇਮ ਨਾਲ ਮਨ ਅੰਧਿਆ ਕਹਿਤਾ
ਬਣ ਕੇ ਪਦਾਰਥ ਗੁਰੂ ਦੇ ਸਮਝਦਾ ਹੋਇਆ ਪਰਮੇਸ਼ਰ ਦੀ ਬੰਦਗੀ ਕਰੇ ਤਦ ਇਸ ਦਾ ਛੁਟਕਾਰਾ। ਨਹੀਂ ਇਹ ਫਿਰ ਜਿਸ ਵਾਸਤੇ ਮਨੁੱਖਾਂ ਦੇ ਮਿਲੀ ਤੀ ਕਾਰਜ ਨਾ ਰਾਸ ਕਰਿਆ ਫਿਰ ਰੋਣਾ ਪਵੇਗਾ। ਰੋਣਾ ਉੱਥੇ ਕਿਸੇ ਨੇ ਸੁਣਨਾ ਕੋਈ ਨਹੀਂ ਆ ਕਰੋ। ਆਓ ਅਬ ਟਾਈਮ ਹੋ ਗਿਆ। ਕੱਲ ਨੂੰ ਸ਼ੁਰੂ ਕਰਾਂਗੇ। ਆਨੰਦ ਸਾਹਿਬ ਦਾ ਪਾਠ ਹੋਵੇਗਾ, ਗੁਰੂ ਸਤੋਤਰ ਪੜਾਂਗੇ, ਫਿਰ ਗੁਰੂ ਅੱਗੇ ਅਰਦਾਸ 'ਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ, ਫਿਰ ਸੀਤ ਪ੍ਰਸ਼ਾਦ ਲੈ ਕੇ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ ਰਾਮ ਕਲੀ ਮਹਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ।
ਧਨ ਹੈ ਗੁਰੂ ਨਾਨਕ ਸਾਹਿਬ ਧਨ
ਸੁਖ ਕਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਸੇ ਊਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਸੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਰਤ ਤੁਮਰੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਰੇ ਆਗੇ ਮਿਰਤ ਤੁਮਰੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ। ਸ੍ਰੀ ਵਾਹਿਗੁਰੂ ਜੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤ ਸਿਮਰਤਿ ਗੁਰੂ ਨਾਨਕ ਲੈ ਧਿਆਏ ਨਵੇਂ ਪਰਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰਸੇਨ ਧਿਆਈ ਜਾਏ ਜਿਸ ਡਿਠੇ ਸਭ ਹੋ ਜਾਏ ਤੇ ਬਾਤ ਸਿਮਰਿਆ ਘਰ ਨਾਲ ਨਿਥਾਏ ਤਾਏ ਸਭ ਥਾਏ ਨੇ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿੱਤਰ ਪਾਤਸ਼ਾਹ ਜੀ ਸਭ ਥਾਏ ਹੋਏ ਸਹਾਇ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਖਾਲਸਾ ਜੀ ਸਤਿ ਸੰਗਤ ਸਾਹਿਬ ਬੋਲਾ ਜੀ ਸ੍ਰੀ ਵਾਹਿਗੁਰੂ। ਦਸਾਂ ਪਾਤਸ਼ਾਹ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਹਾਇ ਰਾਜ ਗੁਰੂ ਜਾਇ ਰਾਜ ਗੁਰੂ ਕਾਲ ਜੋਤੀ ਹੋਏ ਨਾਮ ਕੇ ਜਹਾਜ ਹੱਥ ਪਦਰਾ ਕਰੋ ਪ੍ਰਲੋਕ ਕੇ ਸਹਾਇ। ਜਿਨ੍ਹਾਂ ਕੇ ਪਾਠ ਦਰਸ਼ਨ ਆਦਿ ਕਾ ਧਿਆਨ ਧਰ ਖਾਲਸਾ ਸਾਹਿਬ ਬੋਲਾ ਜੀ ਸ੍ਰੀ ਵਾਹਿਗੁਰੂ ਜੀ। ਦਸ ਪਾਤਸ਼ਾਹ ਨਿਆਂ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਸਭੂ ਸੰਤਾਂ ਸਭੂ ਭਗਤਾਂ ਸਭੂ ਸਚਿਆਰਿਆਂ ਪਿਆਰਿਆਂ ਸ਼ਹੀਦ ਸਿੰਘਾਂ ਦੀ ਕਮਾਈ ਕਾ ਧਿਆਨ ਧਰ ਖਾਲਸਾ ਸਾਹਿਬ ਬੋਲਾ ਜੀ ਸ੍ਰੀ ਵਾਹਿਗੁਰੂ। ਸਭੂ ਗੁਰਦਾਤਾ ਸਭੂ ਗੁਰਦੁਆਰਿਆਂ ਝੰਡਿਆਂ ਮੰਗਲ ਸ਼ਾਨਾ ਜੀ ਕਾ ਧਿਆਨ ਧਰ ਖਾਲਸਾ ਸਾਹਿਬ ਬੋਲਾ ਜੀ ਸ੍ਰੀ ਵਾਹਿਗੁਰੂ। ਇਹ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸੁਸੱਚੇ ਪਾਤਸ਼ਾਹ ਜੀ ਅਸਲੇ ਚਰਨ ਅਰਦਾਸ ਬੇਨਤੀ ਅਰਦਾਸਾਂ ਕਰਦੇ ਅੰਦਰ ਕੋ ਕਾਮ ਕ੍ਰੋਧ ਮਮਕਾਰ ਤੋਂ ਬਚਾਓ। ਨਾਮਦਾਨ ਗਰੀਬੀ ਦਾਨ ਸਿੱਖੀ ਦਾਨ ਸਦਕ ਦਾਨ ਭਰੋਸਾ ਸ਼ਾਂਤੀ ਬਖਸ਼ੋ ਤੁਹਾਡੇ ਚਰਨ ਕਮਲ ਨਾਲ ਬਣਾਵੇ ਸਵਾਸਾਂ ਕੇ ਗਣ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ। ਮੈਂ ਕੀਤਾ ਨਾ ਜਾਂਦਾ ਹਰਾਮ ਖੋਰ ਹਮ ਕਿਆ ਮੁਝੇ ਸਾਹਮਣੇ ਚੋਰ ਬਣਾਏਗਾ ਹਮ ਰੁਣ ਹਰਾਮੀ ਪਾਣ ਆਪਣਾ ਪਾਰ ਬ੍ਰਾਹਮੀ ਜੇਤਾ ਸੰਸਾਰ ਮੇ ਭਰਿਆ ਤੇ ਆਪਣਾ ਮਾਰੇ। दया करो कुछ मेरु पावर दो दे पत्थर तारे ऊपर हो जाए से दादरा कुछ देश शेष न कोई ऐसे मेरा मन विख्या माया कछारा पार ना सूझे निरंकार। ना बिसरी ना बिसारी ना भुली ना भलाई आप जन आप दे करे सिर ध्यान रखी है निरंकार। जब कीता सो वाह आज बैठे कर करा रहे हो सो भी वाह वाह। जोगी वास्ते करोगे कराओगे सो भी वाह 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 निरंकार। सो सच्चे पाठ्य सरे आप दे दूर कथा कीर्तन जी की अरदास करला करना तुम कुछ कुमार। आपने पवित्र चरणा वाला पास सिख संगत पढ़ते सुनते सतराय मन सच्चे पातशाह जी ऐसे बख्शा दाता विचों कोई तगड़ा प्रसाद खालसा क्या दे कृपा करो भोला सी प्रसाद करे साथ संग मिले। ऐसे जोई माए भाई तरह भेटा लेते हैं सभी हाजर ना हो नाम चिंते आगे सब सुख होवे। ऐसे जो भी आदर पूजा आगे मेरा सत्कार सब राज ही जावे। ऐसे गुरु नानक नाम चढ़ती कला तेरे पानी सर्वदा। वाहिगुरु जी का खालसा वाहिगुरु जी की फतेह। दयाया क्या कही अकाल की कभी चलायो पंथ सबसे कर दो गुरु मान्यो ग्रंथ। गुरु ग्रंथ जी मान्यो प्रगट गुरांगी दे जाता जता शुद्ध है कोई शब्द मैंने राज करेगा खालसा
ਸਿੰਘ ਬਨਾਏ ਹੋਏ ਗਇਓ ਤ੍ਰਿਣ ਵੇਦ ਕੀਤਾ ਸਰਮ ਕਰਤੇ ਦਮਿਆੜ ਕੋ ਤੇ ਗਣੀ ਤਨੀਤਾ ਕਵਨ ਵਡਾਈ ਕਰ ਸਕੋ ਬੇਅੰਤ ਗਨੀਤਾ ਕਰ ਕਿਰਪਾ ਹੋਏ ਨਾਮ ਦਿਓ ਨਾਨਕ ਦਾਸ ਰੀਤਾ ਕਵਨ ਵਡਾਈ ਕਰ ਸਕੋ ਬੇਅੰਤ ਗਨੀਤਾ ਕਰ ਕਿਰਪਾ ਹੋਏ ਨਾਮ ਦਿਓ ਨਾਨਕ ਦਾਸ ਰੀਤਾ ਵਾਹਿਗੁਰੂ ਜੀ ਕਾ ਖਾਲਸਾ ਨਮਸਕਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਦਾ ਪਵਿੱਤਰ ਵਾਕ ਸੰਤਾਂ ਮਹਾਂਪੁਰਸ਼ਾਂ ਦੀ ਉਸਤਤ ਵਡਿਆਈ ਮਹਿਮਾ ਦੇ ਪ੍ਰਥਾਏ ਮਹਿਮਾ ਸਾਧੂ ਸੰਤ ਕੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ ਕਰੋੜਾਂ ਪਾਪਾਂ ਨੂੰ ਦੂਰ ਕਰਨ ਵਾਲੀ ਸਾਧੂ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਹੁੰਦੀ ਹੈ ਔਰ ਮੈਲ ਦੇ ਨਾਲ ਭਰੇ ਹੋਏ ਚਿੱਤ ਨੂੰ ਨਿਰਮਲ ਕਰ ਦੇਣਾ ਇਹਨਾਂ ਦੇ ਵਾਸਤੇ 1 ਮਿੰਟ ਦਾ ਨਦਰ ਦੇ ਮਿਹਰ ਕਰਨ ਦਾ ਇੱਕ ਪਲ ਦਾ ਕੰਮ ਹੈ। ਤੋ ਜੇ ਕਿਤੇ ਇਹਨਾਂ ਦੀ ਸੰਗਤ ਮਿਲ ਜਾਏ ਤੇ ਬਹੁਤ ਵੱਡੀ ਆਪਣੇ ਆਪ ਨੂੰ ਅਸੀਂ ਕਿਸਮਤ ਵਾਲੇ ਸਮਝੀਏ ਭਾਗਾਂ ਵਾਲੇ ਸਮਝੀਏ। ਮਹਾਂਪੁਰਸ਼ਾਂ ਦਾ ਇੱਕ ਪਾਰਸ ਦੀ ਵੱਟੀ ਹੈ ਉਸ ਦੇ ਵਿੱਚ ਤੇ ਮਹਾਂਪੁਰਸ਼ਾਂ ਦੇ ਵਿੱਚ ਬੜਾ ਅੰਤਰ ਦੱਸਿਆ ਹੈ। ਹਾਲਾਂਕਿ ਪਾਰਸ ਦੀ ਵੱਟੀ ਦੇ ਵਿੱਚ ਬੜੇ ਗੁਣ ਨੇ ਉਹ 8 ਧਾਤਾਂ ਨੂੰ ਸੋਨਾ ਕਰ ਦਿੰਦੀ ਹੈ ਲੇਕਿਨ ਫਿਰ ਵੀ पारस और संतन में बड़ो अंतरो जान वह लोहा पार कंचन करे वह कर है आप समान। वो सिर्फ 8 धातां नूं सोना बना सकता है पारस अपने वर्गा नहीं बना सकता लेकिन पूर्ण महापुरुष जो होंगे ने वो अपनी जोत अगे तो अगे प्रवेश करके अपने वर्गे कई बना जाते हैं। इतनी समर्था रखते हैं पूर्ण महापुरुष। तो इस करके कहे गिरधर कवि राय नदी संशय की तरीए वड्डे भाग जब होए साध की संगत करिए। वड्डे भागां दे नाल साधु महापुरुष की संगत प्राप्त होती है। तो असीं अपने आप को बड़े ही वड्डे भागां वाले समझते हाँ जो संतां नूं आण के दर्शन दीदारे दे के सन गुरु महाराज के नाल जोड़ते हैं। तो सारा हफ्ता ही इस तरह 6:30 to 9 बजे तक प्रोग्राम चलना है। आप संगत ने समय सिर पहुँच के पूरा पूरा लाहा लेना। ऐतवार शाम ऐतवार के मगरले दीवान तक सो इतना समापन बख्शा है असीं तहे दिल तो धन्नवादी हाँ। तो आओ साथ संगत जी प्रसाद लैके अखीर दे विच गुरु का लंगर सारी संगत वास्ते तैयार है। शक्ति जान की कृपालता करनी। वाहिगुरू जी का खालसा वाहिगुरू जी की फतेह।